ਜਿਹੜੀ ਅੱਜ ਤੁਸੀਂ ਗੱਲ ਕਰੀ ਹੈ ਵੀ ਜਗਨਦੀਪ ਸਿੰਘ ਢਿੱਲੋਂ ਜੀ ਜੋ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਚਹੇਤਾ ਸੀ ਜੀ, ਉਹਨੂੰ ਅੱਜ ਸੀਨੀਅਰ IAS ਅਫਸਰ ਮਹਿੰਦਰਪਾਲ ਜੀ ਨੇ ਕਰਪਸ਼ਨ ਦੇ ਦੋਸ਼ਾਂ ਦੇ ਤਹਿਤ ਸਸਪੈਂਡ ਕੀਤਾ ਜੀ। खुशी के मोड़ 'ਚ बैठे हैं क्योंकि हुण समा आ गया कि जदों सारियां बिल्लियां नूं धौणों फड़ के थैले 'चों बाहर कढण जिहदी अज ताज़ा मिसाल जिहड़ी है जगनदीप सिंह ढिल्लों नूं सस्पेंशन के रूप 'ਚ मिली है। ते मैं तुहाडे माध्यम राहीं ताड़ना करना चाहुंदा इन्हां सारे भ्रिष्ट लीडरां नूं कि जो तुसीं पिछले समय दे विच धक्केशाहियां करीਆਂ ने लोकां दे टैक्सां दा पैसा खाधा एक पैसे का हिसाब लवांगे तुहाडे कोल। ध्यान च होना भी जो कणक का स्कैंडल होया सी मुख दोषी यही सीगा पर चहेते मंत्री का चहेता होने करके इहने किसी इंस्पैक्टर नूं बली दा बकरा बनाया ते हुण जिहड़ा जिहड़े ने इहदे धौण ते हत्थ पहुँच गए ने ते कोई भी दोषी जिहड़ा इस मामले 'च पाया गया चाहे मंत्री होवे चाहे संतरी होवे उहनूं किसी भी कीमत ते बख्शिया नहीं जाऊगा। एक एक करके सारिਆਂ ਦੀ बारी है ਜਿਹੜਾ भी दोषी किसी भी ਸਕੈਂਡਲ 'ਚ चाहे ਸਮਾਰਟ ਸਿਟੀ ਦੇ ਨਾਂ ਤੇ ਕਰੋੜਾਂ ਦਾ ਪ੍ਰੋਜੈਕਟ ਚੱਲੇ ਨੇ ਬੁੱਢੇ ਨਾਲੇ ਦਾ ਹੋ ਗਿਆ ਹੁਣ ਇੱਕ ਇੱਕ ਜਿਹੜਾ ਨਾ ਪਰਚੀ ਕੱਢੀ ਆਉਣੀ ਹੈ ਤੇ ਦੋਸ਼ੀਆਂ ਦੀਆਂ ਧੌਣਾਂ ਮਰੋੜ ਜੇਲ੍ਹਾਂ ਸਿੱਟੀ ਜਾਣ। ਗੁਰਪ੍ਰੀਤ ਗੋਗੀ ਜੀ MLA ਸਾਹਿਬ ਹੈਗੇ ਨੇ, ਉਹਨਾਂ ਨੇ ਕੱਲ ਪਬਲਿਕ ਰਿਕਾਰਡ ਔਨ ਪਬਲਿਕਲੀ ਬਿਆਨ ਦਿੱਤਾ ਹੈਗਾ ਕਿ ਭਾਈ ਜਿਹੜੇ ਮੇਅਰ ਸਾਹਿਬ ਹੈਗੇ ਆ ਉਹ ਕੋਈ ਵੀ ਘੁਟਾਲਿਆਂ ਵਾਲੀ ਫਾਈਲਾਂ ਬਾਹਰ ਨਹੀਂ ਆਉਣ ਦੇ ਰਹੇ ਤੇ ਉਹਦੇ ਤੇ ਕੁੰਡਲੀ ਮਾਰ ਕੇ ਬੈਠੇ ਆ। ਬੱਕਰੇ ਦੀ ਮਾਂ ਕਬ ਤੱਕ ਖੈਰ ਮਨਾਏਗੀ, ਇਹ ਸੁਣੀਆਂ ਨਾ ਕਹਾਵਤਾਂ। ਹਾਂਜੀ ਹਾਂਜੀ। ਇਹ ਕਿੰਨਾ ਚਿਰ ਫੈਲਾਂ ਲੁਕੋ ਲੈਣਗੇ, ਇੱਕ ਦਿਨ ਫੈਲਾਂ ਤਾਂ ਮੂਹਰੇ ਪਾਉਣੀਆਂ। ਸੋ ਕਿ ਕੀ ਫਾਈਲਾਂ ਲੁਕੋ ਰਹੇ ਗੋਗੀ ਜੀ ਦੀ ਇਹ ਗੱਲ ਨਾਲ ਤੁਸੀਂ ਸਹਿਮਤ ਹੋ? ਦੇਖੋ ਜੇ ਵਿਧਾਇਕ ਸਾਹਿਬ ਕਹਿ ਰਹੇ ਨੇ ਸਾਡਾ ਛੋਟਾ ਵੀਰ ਹੈ ਤਾਂ ਉਹਦੇ ਵਿੱਚ ਸੱਚਾਈ ਹੋਊਗੀ ਕਿਉਂਕਿ ਉਹ ਕੌਂਸਲਰ ਰਹੇ ਨੇ। ਪਰ ਤੁਸੀਂ ਵੀ ਤਾਂ ਵਿਧਾਇਕ ਹੋ, ਕੀ ਤੁਹਾਡੇ ਤੁਸੀਂ ਵੀ ਜੇ ਫਾਈਲਾਂ ਮੰਗਾਉਂਦੇ ਹੋ ਕੀ ਰੋਕੀਆਂ ਜਾ ਰਹੀਆਂ, ਫਾਈਲਾਂ ਨਹੀਂ ਲੈ ਕੇ ਆਈ ਜਾ ਰਹੀਆਂ ਤੁਹਾਡੇ ਸਾਹਮਣੇ? ਕਿਸੇ ਦੀ ਜ਼ਰੂਰਤ ਨਹੀਂ ਵੀ ਕੁਲਵੰਤ ਸਿੱਧੂ ਫਾਈਲ ਮੰਗਾਵੇ ਤੇ ਫਾਈਲ ਰੁਕ ਜੇ। ਫਾਈਲਾਂ ਨਹੀਂ ਕੱਢ ਰਿਹਾ, ਭ੍ਰਿਸ਼ਟਾਚਾਰ ਵਾਲੀਆਂ ਫਾਈਲਾਂ ਦੱਬ ਕੇ ਬੈਠਾ ਹੈ। ਇਹ ਕੋਈ ਸੌਫਟ ਕਾਰਨਰ ਹੈ ਤਾਂ ਹਾਰਡ ਕਾਰਨਰ ਹੈ? अगर गोगी जी ने ਇਹਦੇ ਵਿੱਚ ਕਿਹਾ ਨਾ ਤਾਂ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਕੋਲੇ ਪਹੁੰਚ ਜਾਣੀਆਂ ਇਹ ਗੱਲਾਂ। ਜੇ ਔਨ ਰਿਕਾਰਡ ਕਿਹਾ ਤੁਹਾਨੂੰ ਕੀ ਲੱਗ ਰਿਹਾ ਮੈਂ ਝੂਠ ਬੋਲ ਰਿਹਾ? ਮੈਂ ਪਹਿਲਾਂ ਆਪਾਂ ਰੋਕ ਕੇ ਪਹਿਲਾਂ ਦਿਖਾਈ ਦਿੰਨੇ ਤੁਹਾਨੂੰ ਤੁਸੀਂ ਕਿ ਤੁਹਾਡੇ MLA ਸਾਹਿਬਾਨਾਂ ਦੀ ਡਿਊਟੀ ਨਹੀਂ ਬੰਦੀ ਕਿ ਜਾ ਕੇ ਦੱਸਣ ਕਿ ਇੰਡਸਟਰੀਅਲ ਲੈਂਡ ਕਿਸਾਨਾਂ ਦਾ ਤੁਸੀਂ ਹਮੇਸ਼ਾ ਪੱਖ ਰੱਖਦੇ ਰਹੇ ਹੋ ਕਿ ਕਿਸਾਨ ਹਿਤੈਸ਼ੀ ਪਾਰਟੀ ਹੈਗੀ ਹੈ ਤੁਹਾਡੀ, ਕਿਸਾਨਾਂ ਨੂੰ ਅੱਜ ਤੱਕ ਉੱਥੇ ਦਾ ਮੁਆਵਜ਼ਾ ਨਹੀਂ ਮਿਲਿਆ। 2.5 ਕਰੋੜ 'ਚ ਇੱਕ 20 ਸਾਲਾਂ ਦੀ ਆਸਾਨ ਕਿਸ਼ਤਾਂ ਤੇ ਜ਼ਮੀਨ ਅਲਾਟ ਹੋਈ ਹੈ, ਉਹਦੇ ਤੇ 1000 ਕਰੋੜ ਦੇ ਇੰਡਸਟਰੀਅਲ ਲੈਂਡ ਤੇ 1000 ਕਰੋੜ ਦੇ ਫਲੈਟ ਬਣ ਜਾਣ। ਤੁਸੀਂ ਐਡਵੋਕੇਟ ਵੀ ਹੈਗੇ ਹੋ, ਦਿਲ ਤੇ ਹੱਥ ਰੱਖ ਕੇ ਦੱਸੋ ਕਿ ਉਹ ਸਹੀ ਹੈਗਾ? ਬਿਲਕੁਲ ਗਲਤ ਹੈ। ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਚਾਹੇ ਕੋਈ MP ਹੈ, ਕੋਈ ਮੰਤਰੀ ਹੈ, ਕੋਈ ਸੰਤਰੀ ਹੈ, ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕਿ ਆਪਣੇ ਹੀ MP ਸਾਹਿਬ ਇਦਾਂ ਕਰੀ ਜਾਂਦੇ, ਆਪਾਂ ਦੂਜਿਆਂ ਤੇ ਕੀ ਉਂਗਲਾਂ ਚੱਕੀਏ? ਤੇ ਡਿਸਟ੍ਰਿਕਟ ਇੰਡਸਟਰੀਅਲ ਕਾਰਪੋਰੇਸ਼ਨ ਨੇ ਉਹਦੇ ਤੇ ਪਰਚਾ ਦਰਜ ਕਰਾਇਆ, 174 ਨੰਬਰ FIR ਹੈ ਫੋਕਲ ਪੁਆਇੰਟ ਦੀ। ਮਤਲਬ ਮੈਂ ਨਹੀਂ ਕਹਿ ਰਿਹਾ, ਰਿਕਾਰਡ 'ਚ ਹੈ, ਔਨ ਰਿਕਾਰਡ ਹੈਗਾ ਸਾਰੀਆਂ ਚੀਜ਼ਾਂ। ਤੇ ਜੇ ਉਹ ਉਸ ਤੇ ਇਸ ਲਈ ਪਰਚਾ ਦਰਜ ਕਰਾਇਆ ਕਿ ਤੁਸੀਂ ਵੇਚ ਨਹੀਂ ਸਕਦੇ ਤੇ ਇਹਨਾਂ ਨੇ ਤਾਂ ਵੇਚ ਵੀ ਦਿੱਤੀ। ਉਸ ਤੋਂ ਬਾਅਦ 2000 ਰਿਹਾਇਸ਼ੀ ਫਲੈਟ ਵੀ ਬਣਾ ਦਿੱਤੇ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਰਾਜ ਸਭਾ MP ਵੀ ਬਣਾ ਦਿੱਤਾ ਤੁਹਾਡੀ ਸਰਕਾਰ ਨੇ। ਉਸ ਤੋਂ ਬਾਅਦ ਹਜੇ ਆਪਾਂ ਕਹਿ ਰਹੇ ਕਿ ਜੇ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਰੈਜ਼ੀਡੈਂਸ਼ੀਅਲ ਇਲਾਕੇ ਦੇ ਵਿੱਚ ਉਸਾਰੀਆਂ ਚੱਲ ਰਹੀਆਂ ਕਮਰਸ਼ੀਅਲ ਸਰੇਆਮ ਦਿਨ ਦਿਹਾੜੇ ਧੜੱਲੇ ਦੇ ਨਾਲ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮਾਡਲ ਟਾਊਨ ਸਰ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਚੱਲ ਰਹੀ ਹੈ ਔਰ ਮੈਂ ਤੁਹਾਨੂੰ ਕੰਪਲੇਂਟ ਵੀ ਭੇਜੀ ਸੀਗੀ ਬਕਾਇਦਾ, ਜਿਹੜੇ ਰੈਜ਼ੀਡੈਂਸ਼ੀਅਲਾਂ ਨੇ ਭੇਜੀ ਸੀਗੀ ਔਰ ਉੱਥੇ ਲਗਾਤਾਰ ਤੀਸਰੀ ਵਾਰ ਹੋ ਗਿਆ 2 ਵਾਰੀ ਮਹੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਕਿ ਸਾਬਕਾ ਮੰਤਰੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਮਹੱਲੇ ਵਾਲਿਆਂ ਨੂੰ ਲੈ ਕੇ। ਇਹ ਅਗਰ ਉਹ ਜੇ ਬੇਨਿਯਮੀ ਹੈ ਵੈਸੇ ਤਾਂ ਕਲੀਅਰ ਇਹ ਗੱਲ ਜਦੋਂ ਤੁਸੀਂ ਕਹਿ ਰਹੇ ਹੋ ਮਹੇਸ਼ਿੰਦਰ ਭਾਜੀ ਕਹਿ ਰਹੇ ਨੇ ਤਾਂ ਉਹ ਬੇਨਿਯਮੀ ਹੈਗੀ ਹੈ। ਰੈਜ਼ੀਡੈਂਸ਼ੀਅਲ ਇਲਾਕੇ ਦੇ ਵਿੱਚ ਮਾਡਲ ਨਿਵਾਸੀ ਕਹਿ ਰਹੇ ਨੇ ਵੀ ਇਹ ਗਲਤ ਹੈ ਤਾਂ ਉਹਨੂੰ ਮੈਂ ਜ਼ਰੂਰ ਸੀਲ ਕਰਵਾਉਂਗਾ। ਰੈਜ਼ੀਡੈਂਸ਼ੀਅਲ ਏਰੀਆ ਦੀਆਂ ਜ਼ਿਆਦਾ ਤੋਂ ਜ਼ਿਆਦਾ ਪ੍ਰਾਪਰਟੀਆਂ ਪਰਚੇਜ ਕਰਨ ਤੋਂ ਬਾਅਦ
ਉਹਦੇ ਤੇ ਇੱਕਦਮ ਕਹਿ ਦੇਣਾ ਜੀ ਇਹ ਰੋਡ ਸਾਈਡ ਕਮਰਸ਼ੀਅਲ ਕਰ ਦਿੱਤੀ ਗਈ ਹੈ ਤਾਂ ਕਿ ਉਹਨਾਂ ਦੇ ਲਾਏ ਹੋਏ ਪੈਸੇ ਡਬਲ ਹੋ ਜਾਣ। ਇੱਕ ਤਾਂ 2 ਨੰਬਰ ਦਾ ਪੈਸਾ ਲੁੱਕ ਗਿਆ, ਇੱਕ 2 ਨੰਬਰ ਦਾ ਪੈਸਾ ਲਾਇਆ ਡਬਲ ਹੋ ਗਿਆ। ਨਮਸਕਾਰ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ। ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ। ਜੀ ਹਾਂ, ਵੱਡੀ ਅਪਡੇਟ ਆ ਰਹੀ ਹੈ ਕਿ ਪਨਸਪ ਦੇ ਮੈਨੇਜਰ ਜਿਹੜੇ ਹੈ ਜਗਨਦੀਪ ਸਿੰਘ ਢਿੱਲੋਂ ਨੂੰ, ਜੀ ਹਾਂ, ਜਗਨਦੀਪ ਸਿੰਘ ਢਿੱਲੋਂ ਨੂੰ ਭ੍ਰਿਸ਼ਟਾਚਾਰ ਦੇ ਆਰੋਪਾਂ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਹੈ। ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਇਹ ਪੂਰਵ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਾਫੀ ਕਰੀਬੀ ਸਨ। ਸੋ ਲਗਾਤਾਰ ਜਿਹੜਾ ਇਹਨਾਂ ਦੇ ਸਸਪੈਂਡ ਹੋਣ ਤੋਂ ਬਾਅਦ ਇਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਕਿਤੇ ਨਾ ਕਿਤੇ ਜਿਹੜਾ ਹੁਣ ਕਾਂਗਰਸ ਦੇ ਜਿਹੜੇ ਲੋਕ ਹੈਗੇ ਆ, ਕਾਂਗਰਸ ਦੇ ਪੂਰਵ ਜਿਹੜੇ ਵਿਧਾਇਕ ਹੈਗੇ ਆ ਜਾਂ ਸੱਤਾਧਾਰੀ ਨੇਤਾਵਾਂ ਦੀ ਕਿਤੇ ਨਾ ਕਿਤੇ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਆਮ ਆਦਮੀ ਪਾਰਟੀ ਵਾਲੇ ਜਿਹੜੇ ਦਾਅਵਾ ਕਰ ਰਹੇ ਸਾਰੇ ਮਾਮਲੇ ਦੇ ਵਿੱਚ ਪਹੁੰਚੇ ਕੁਲਵੰਤ ਸਿੰਘ ਸਿੱਧੂ ਜੀ ਕੋਲ। ਗੱਲਬਾਤ ਕਰਦੇ ਆ ਐਮਐਲਏ ਸਾਹਿਬ ਨਾਲ ਕਿ ਕੀ ਕਹਿਣਾ ਚਾਹਣਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਅੱਜ ਹਲਕਾ ਆਤਮਨਗਰ ਦੇ ਦਫ਼ਤਰ ਜਾਣ ਤੇ। ਜੀ ਤੇ ਜਿਹੜੀ ਅੱਜ ਤੁਸੀਂ ਗੱਲ ਕਰੀ ਹੈ ਵੀ ਜਗਨਦੀਪ ਸਿੰਘ ਢਿੱਲੋਂ ਜੀ, ਜੋ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਚਹੇਤਾ ਸੀ ਜੀ, ਉਹਨੂੰ ਅੱਜ ਸੀਨੀਅਰ ਆਈਏਐਸ ਅਫਸਰ ਮਹਿੰਦਰਪਾਲ ਜੀ ਨੇ ਕਰਪਸ਼ਨ ਦੇ ਦੋਸ਼ਾਂ ਦੇ ਤਹਿਤ ਸਸਪੈਂਡ ਕੀਤਾ। ਜੀ, ਇਹ ਮੈਂ ਗੱਲ ਕੀਤੀ ਹੈ ਕਿ ਤੁਹਾਨੂੰ ਨਹੀਂ ਪਤਾ ਸੀਗਾ। ਮੈਨੂੰ ਪਤਾ ਸੀ ਜੀ। ਅੱਛਾ, ਫਿਰ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਮੈਂ ਤੁਸੀਂ ਗੱਲ ਕੀਤੀ ਹੈ, ਮੈਨੂੰ ਲੱਗਿਆ ਇਹ ਨਾ ਕਹੋ ਕਿ ਮੈਂ ਤੁਹਾਨੂੰ ਦੱਸ ਰਿਹਾ। ਤੁਸੀਂ ਸਰ ਹੁਣ ਗੱਲ ਕੀਤੀ ਆਪਦੇ ਅੱਜ ਤੁਸੀਂ ਬੜਾ ਹੋਲੀ ਸਾਊਂਡ ਕਰ ਰਹੇ ਹੋ। ਕੀ ਗੱਲ ਕੋਈ ਮਤਲਬ ਕਿੱਦਾਂ ਦਾ ਤਬੀਅਤ ਠੀਕ ਹੈ? ਰਿਲੈਕਸ ਮੂਡ 'ਚ ਬੈਠੇ ਹਾਂ। ਅੱਛਾ, ਮੈਨੂੰ ਲੱਗਿਆ ਥੋੜੇ ਦਹਿਸ਼ਤ ਕੋਈ ਹੈਗੀ ਪਬਲਿਕ ਨੂੰ ਭਗਤਾ ਕੇ ਆਰਾਮ ਵਾਲੇ ਮਾਹੌਲ 'ਚ ਸਾਰੇ ਵਰਕਰ ਵਲੰਟੀਅਰ ਸਾਡੇ ਬੈਠੇ ਆ ਜੀ, ਖੁਸ਼ੀ ਦੇ ਮੂਡ 'ਚ ਬੈਠੇ ਆ ਕਿਉਂਕਿ ਹੁਣ ਸਮਾਂ ਆ ਗਿਆ ਜੀ ਕਿ ਜਦੋਂ ਸਾਰੀਆਂ ਬਿੱਲੀਆਂ ਨੂੰ ਧੌਣੋਂ ਫੜ ਕੇ ਥੈਲੇ 'ਚੋਂ ਬਾਹਰ ਕੱਢਣ। ਜੀ, ਜਿਹਦੀ ਅੱਜ ਇਹ ਤਾਜ਼ਾ ਮਿਸਾਲ ਜਿਹੜੀ ਹੈ ਜਗਨਦੀਪ ਸਿੰਘ ਢਿੱਲੋਂ ਜੀ ਨੂੰ ਸਸਪੈਂਸ਼ਨ ਦੇ ਰੂਪ 'ਚ ਮਿਲੀ ਹੈ। ਜੀ, ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਤਾੜਨਾ ਕਰਨਾ ਚਾਹੁੰਦਾ ਇਹਨਾਂ ਸਾਰੇ ਭ੍ਰਿਸ਼ਟ ਲੀਡਰਾਂ ਨੂੰ ਜੀ ਕਿ ਜੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਜੀ ਧੱਕੇਸ਼ਾਹੀਆਂ ਕਰੀਆਂ ਨੇ, ਜੀ ਲੋਕਾਂ ਦੇ ਟੈਕਸਾਂ ਦਾ ਪੈਸਾ ਖਾਦਾ, ਜੀ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗੇ ਤੁਹਾਡੇ ਕੋਲ। ਜੀ। ਤੇ ਗੱਲਬਾਤ ਕਰੀਏ, ਤੁਸੀਂ ਜਿਵੇਂ ਜਗਨਦੀਪ ਸਿੰਘ ਢਿੱਲੋਂ ਦਾ ਦੱਸਿਆ ਕਿ ਉਹ ਭ੍ਰਸ਼ਟ ਹੈਗਾ, ਸੋ ਕੀ ਹੋਰ ਵੀ ਕੁਝ ਪਤਾ ਤੁਹਾਨੂੰ ਉਹਨਾਂ ਦੇ ਬਾਰੇ? ਤੁਹਾਡੇ ਧਿਆਨ 'ਚ ਹੋਣਾ ਵੀ ਜਦੋਂ ਕਣਕ ਦਾ ਸਕੈਂਡਲ ਹੋਇਆ ਸੀ ਜੀ, ਮੁੱਖ ਦੋਸ਼ੀ ਇਹੀ ਸੀਗਾ, ਜੀ ਪਰ ਚਹੇਤੇ ਮੰਤਰੀ ਦਾ ਚਹੇਤਾ ਹੋਣ ਕਰਕੇ ਜੀ, ਇਹਨੇ ਕਿਸੇ ਇੰਸਪੈਕਟਰ ਨੂੰ ਬਲੀ ਦਾ ਬੱਕਰਾ ਬਣਾਇਆ ਜੀ, ਤੇ ਹੁਣ ਜਿਹੜੇ ਨੇ ਇਹਦੇ ਧੌਣ ਤੇ ਹੱਥ ਪਹੁੰਚ ਗਏ ਨੇ। ਜੀ, ਤੇ ਕੋਈ ਵੀ ਦੋਸ਼ੀ ਜਿਹੜਾ ਇਸ ਮਾਮਲੇ 'ਚ ਪਾਇਆ ਗਿਆ, ਚਾਹੇ ਮੰਤਰੀ ਹੋਵੇ ਚਾਹੇ ਸੰਤਰੀ ਹੋਵੇ, ਜੀ, ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ। ਜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਆਮ ਆਦਮੀ ਪਾਰਟੀ ਆਪਣੇ ਹਨੀਮੂਨ ਪੀਰੀਅਡ ਤੋਂ ਬਾਹਰ ਆ ਗਈ ਹੈ ਤੇ ਕਿਤੇ ਨਾ ਕਿਤੇ ਹੁਣ ਸਿੱਧਾ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਭ੍ਰਸ਼ਟ ਜਿਹੜੇ ਕੋਈ ਵੀ ਅਧਿਕਾਰੀ ਸੀ ਜਾਂ ਰਾਜਨੇਤਾ ਸੀ ਉਹਨਾਂ ਤੇ ਜਿਹੜੇ ਹੈ ਉਹਨਾਂ ਦੇ ਸ਼ਿਕੰਜਾ ਕੱਸਿਆ ਜਾਏਗਾ। ਬਿਲਕੁਲ। ਜਿਹੜੀ ਹੈ ਤੁਸੀਂ ਹਨੀਮੂਨ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵਿੱਚ ਰਿਵਾਜ ਹੈ। ਤੁਸੀਂ ਵੀ ਤਾਂ ਉੱਧਰ ਹੀ ਸੀਗੇ ਪਹਿਲਾਂ, ਮੈਂ ਕਿਹਾ ਸ਼ਾਇਦ ਪੁਰਾਣੀਆਂ ਆਦਤਾਂ ਰਹਿ ਗਈਆਂ ਹੁਣ ਕੁਝ। ਛੱਡਿਆ ਕਿਉਂ ਆ? ਛੱਡੀ ਕਿਉਂ ਆ? ਇਸੇ ਕਰਕੇ ਛੱਡੀਆਂ ਨਾ ਵੀ ਕੋਈ ਨੇਕੀ ਨਾਂ ਦੀ ਚੀਜ਼ ਹੀ ਹੈ ਨਹੀਂ। ਜੀ, ਹਨੀਮੂਨ ਮਨਾਉਣ ਦਾ ਉੱਥੇ ਰਿਵਾਜ ਸੀ। ਆਮ ਆਦਮੀ ਪਾਰਟੀ 24/7 ਜੀ ਲੋਕਾਂ ਦੀ ਸੇਵਾ ਵਾਸਤੇ ਹਾਜ਼ਰ ਹੈ। ਜੀ, ਤੇ ਹੁਣ ਇੱਕ ਇੱਕ ਕਰਕੇ ਸਾਰਿਆਂ ਦੀ ਵਾਰੀ ਹੈ। ਜੀ, ਜਿਹੜਾ ਵੀ ਦੋਸ਼ੀ ਕਿਸੇ ਵੀ ਸਕੈਂਡਲ 'ਚ, ਚਾਹੇ ਜੀ, ਸਮਾਰਟ ਸਿਟੀ ਦੇ ਨਾਂ ਤੇ ਕਰੋੜਾਂ ਦਾ ਪ੍ਰੋਜੈਕਟ ਚੱਲੇ ਨੇ, ਜੀ, ਬੁੱਢੇ ਨਾਲੇ ਦਾ ਹੋ ਗਿਆ, ਹੁਣ ਇੱਕ ਇੱਕ ਜਿਹੜਾ ਨਾ ਪਰਚੀ ਕੱਢੀ ਆਉਣੀ ਹੈ ਜੀ, ਤੇ ਦੋਸ਼ੀਆਂ ਦੀਆਂ ਧੌਣਾਂ ਮਰੋੜ ਜੇਲ੍ਹਾਂ ਸਿੱਟੀ ਜਾਣਾ। ਜੀ। ਸਿੱਧੂ ਸਾਹਿਬ, ਇੱਕ ਚੀਜ਼ ਪੁੱਛਣਾ ਚਾਹਾਂਗੇ, ਸ਼ਹਿਰ ਦੇ ਵਿੱਚ ਨਜਾਇਜ਼ ਬਿਲਡਿੰਗਾਂ ਦੀ ਉਸਾਰੀ ਬੜੀ ਜ਼ੋਰਾਂ ਤੇ ਚੱਲ ਰਹੀ ਹੈ। ਤੁਹਾਡੇ ਹੀ ਕੁਲੀਗ ਹੈਗੇ ਆ ਗੁਰਪ੍ਰੀਤ ਗੋਗੀ ਜੀ, ਐਮਐਲਏ ਸਾਹਿਬ ਹੈਗੇ ਨੇ, ਉਹਨਾਂ ਨੇ ਕੱਲ ਪਬਲਿਕ ਰਿਕਾਰਡ ਔਨ ਪਬਲਿਕਲੀ ਬਿਆਨ ਦਿੱਤਾ ਹੈਗਾ ਕਿ ਭਾਈ ਜਿਹੜੇ ਮੇਅਰ ਸਾਹਿਬ ਹੈਗੇ ਆ ਉਹ ਕੋਈ ਵੀ ਘੁਟਾਲਿਆਂ ਵਾਲੀ ਫਾਈਲਾਂ ਬਾਹਰ ਨਹੀਂ ਆਉਣ ਦੇ ਰਹੇ ਤੇ ਉਹਦੇ ਤੇ ਕੁੰਡਲੀ ਮਾਰ ਕੇ ਬੈਠੇ ਆ। ਕੀ ਉਹ ਤੁਹਾਡੇ ਲੋਕਾਂ ਦੀ ਸੁਣਵਾਈ ਨਹੀਂ ਕਰ ਰਹੇ? ਤੁਸੀਂ ਗੋਗੀ ਜੀ ਦੀ ਗੱਲ ਨਾਲ ਤਕੱਲੁਫ ਰੱਖਦੇ ਹੋ? ਬੱਕਰੇ ਦੀ ਮਾਂ ਕਬ ਤੱਕ ਖੈਰ ਮਨਾਏਗੀ, ਇਹ ਸੁਣੀਆਂ ਨਾ ਕਹਾਵਤਾਂ। ਹਾਂਜੀ, ਹਾਂਜੀ। ਇਹ ਕਿੰਨਾ ਚਿਰ ਫੈਲਾਂ ਲੁਕੋ ਲੈਣਗੇ? ਜੀ। ਇੱਕ ਦਿਨ ਫੈਲਾਂ ਤਾਂ ਮੂਰੇ ਪਹਿਲਾਂ ਆਉਣੀਆਂ। ਇਹ ਦੱਸੋ ਕਿ ਕੀ ਫਾਈਲਾਂ ਲੁਕੋ ਰਹੇ ਗੋਗੀ ਜੀ ਦੀ ਇਹ ਗੱਲ ਨਾਲ ਤੁਸੀਂ ਸਹਿਮਤ ਹੋ? ਦੇਖੋ, ਜੇ ਵਿਧਾਇਕ ਸਾਹਿਬ ਕਹਿ ਰਹੇ ਨੇ ਸਾਡਾ ਛੋਟਾ ਵੀਰ ਹੈ ਜੀ, ਤਾਂ ਉਹਦੇ ਵਿੱਚ ਸੱਚਾਈ ਹੋਊਗੀ ਕਿਉਂਕਿ ਉਹ ਕੌਂਸਲਰ ਰਹੇ ਨੇ। ਪਰ ਤੁਸੀਂ ਵੀ ਤਾਂ ਵਿਧਾਇਕ ਹੋ, ਕੀ ਤੁਸੀਂ ਵੀ ਜੇ ਫਾਈਲਾਂ ਮੰਗਾਉਂਦੇ ਹੋ ਕੀ ਰੋਕੀਆਂ ਜਾ ਰਹੀਆਂ, ਫਾਈਲਾਂ ਨਹੀਂ ਲੈ ਕੇ ਆਈ ਜਾ ਰਹੀਆਂ ਤੁਹਾਡੇ ਸਾਹਮਣੇ?
ਕਿਸੇ ਦੀ ਜ਼ਰੂਰਤ ਨਹੀਂ ਵੀ ਕੁਲਵੰਤ ਸਿੱਧੂ ਫਾਈਲ ਮੰਗਾਵੇ ਤੇ ਫਾਈਲ ਰੁਕ ਜੇ। ਅੱਛਾ, ਮਤਲਬ ਇਹਦਾ ਮਤਲਬ ਗੋਗੀ ਜੀ ਦੀ ਆਵਾਜ਼ 'ਚ ਦਮ ਨਹੀਂ ਹੈਗਾ। ਗੋਗੀ ਦੀ ਆਵਾਜ਼ 'ਚ ਪੂਰਾ ਦਮ ਹੈ। ਫਿਰ ਤੁਸੀਂ ਕਹਿ ਰਹੇ ਹੋ ਕਿ ਕੁਲਵੰਤ ਸਿੱਧੂ ਦੀ ਫਾਈਲ ਮੰਗਾਈ ਰੋਕ ਲਵੇ, ਕਿਸੇ 'ਚ ਦਮ ਨਹੀਂ, ਇਹਦਾ ਮਤਲਬ ਗੋਗੀ ਜੀ ਦੀ ਆਵਾਜ਼ 'ਚ ਦਮ ਨਹੀਂ ਹੈਗਾ, ਇਹਦਾ ਮਤਲਬ ਤਾਂ ਇਹੀ ਹੋਇਆ। ਤੁਸੀਂ ਆਪ ਹੀ ਕਿਹਾ ਸਰ, ਮੈਂ ਨਹੀਂ ਕਿਹਾ। ਸਰ ਤੁਸੀਂ ਕਿਹਾ ਨਾ ਵੀ ਤੁਹਾਡੀ ਤਾਂ ਨਹੀਂ ਫਾਈਲ ਰੁਕਦੀ। ਸਰ ਮੈਂ ਤਾਂ ਇਹੀ ਕਿਹਾ, ਤੁਸੀਂ ਤਾਰੇ ਮੈਂ ਇਹ ਨਹੀਂ ਕਿਹਾ ਵੀ ਗੋਗੀ ਦੀ ਆਵਾਜ਼ 'ਚ ਦਮ ਨਹੀਂ। ਤੁਸੀਂ ਇਹ ਕਿਹਾ ਵੀ ਸਿੱਧੂ ਸਾਹਿਬ ਉਹ ਪਰ ਇਹ ਕਹਿ ਰਿਹਾ ਕਿ ਮੈਂ ਫਾਈਲਾਂ ਮੰਗਾਨਾ ਤਾਂ ਫਾਈਲਾਂ ਮੇਅਰ ਸਾਹਿਬ ਕੱਢਦੇ ਨਹੀਂ, ਠੀਕ ਹੈ, ਪਰ ਤੁਸੀਂ ਕਿਹਾ ਕਿ ਮੈਂ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਕਿ ਕੁਲਵੰਤ ਸਿੱਧੂ ਮੰਗਾਵੇ ਤੇ ਉਹ ਫਾਈਲ ਰੋਕ ਲਵੇ। ਇਹਦਾ ਕੀ ਮਤਲਬ ਹੋਇਆ? ਤੁਸੀਂ ਮੇਅਰ ਸਾਹਿਬ ਨਾਲ ਨਾ ਉਹਨਾਂ ਦੀ, ਤੁਸੀਂ ਐਡਵੋਕੇਟ ਹੈਗੇ ਹੋ, ਮੇਰੇ ਸਾਹਿਬ ਨਾਲ ਬਹੁਤ ਪੜ੍ਹੇ ਲਿਖੇ ਹੋ, ਤੁਸੀਂ ਦੱਸੋ। ਇਦਾਂ ਉਹਨਾਂ ਦਾ ਮੇਅਰ ਸਾਹਿਬ ਨਾਲ ਜਰਾਨਾ ਰਿਹਾ, ਪਹਿਲਾਂ ਇਕੱਠੇ ਕੌਂਸਲ ਰਹੇ ਨੇ। ਹੋ ਸਕਦਾ ਕੋਈ ਸੌਫਟ ਕਾਰਨਰ ਰੱਖਣਾ ਵੀ ਚਲੋ ਵੱਡਾ ਬਜ਼ੁਰਗ ਹੈ, ਸਾਡੇ ਸਤਿਕਾਰਯੋਗ ਨੇ, ਤਾਂ ਨਾ ਕੁਝ ਕਹਿੰਦੇ ਹੁਣ। ਪਬਲਿਕ ਦੇ ਵਿੱਚ ਇੱਕ ਐਮਐਲਏ ਇਹ ਕਹਿ ਰਿਹਾ ਕਿ ਮੇਅਰ ਫਾਈਲਾਂ ਨਹੀਂ ਕੱਢ ਰਿਹਾ, ਭ੍ਰਸ਼ਟਾਚਾਰ ਵਾਲੀਆਂ ਫਾਈਲਾਂ ਦੱਬ ਕੇ ਬੈਠਾ ਹੈ। ਇਹ ਕੋਈ ਸੌਫਟ ਕਾਰਨਰ ਹੈ, ਇਹ ਤਾਂ ਹਾਰਡ ਕਾਰਨਰ ਹੈ। ਅਗਰ ਗੋਗੀ ਜੀ ਨੇ ਇਹਦੇ ਵਿੱਚ ਕਿਹਾ ਨਾ ਤਾਂ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਕੋਲੇ ਪਹੁੰਚ ਜਾਣੀਆਂ ਇਹ ਗੱਲਾਂ। ਜਿਹੜੀ ਔਨ ਰਿਕਾਰਡ ਕਿਹਾ, ਤੁਹਾਨੂੰ ਕੀ ਲੱਗ ਰਿਹਾ ਮੈਂ ਝੂਠ ਬੋਲ ਰਿਹਾ? ਮੈਂ ਪਹਿਲਾਂ ਆਪਾਂ ਰੋਕ ਕੇ ਪਹਿਲਾਂ ਦਿਖਾਈ ਦਿੰਨੇ ਤੁਹਾਨੂੰ। ਸਰ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਅਗਰ ਆਪਾਂ ਹੁਣ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ, ਇਹ ਕਿਸੇ ਨਾ ਕਿਸੇ ਤਰੀਕੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਣੀ ਤੈਅ। ਤੇ ਉਹ ਗੋਗੀ ਜੀ ਵਾਲੀ ਵੀ ਜਦੋਂ ਪਹੁੰਚ ਗਈ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਅਨੁਸ਼ਾਸਨ ਵਾਲੀ ਪਾਰਟੀ ਹੈ। ਕਿਸੇ ਨੂੰ ਅਨੁਸ਼ਾਸਨ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਆਮ ਆਦਮੀ ਪਾਰਟੀ, ਚਾਹੇ ਕੋਈ ਸਾਡੇ ਲੀਡਰ ਹੋਵੇ ਚਾਹੇ ਆਫੀਸਰ ਸਾਹਿਬਾਨ ਹੋਵੇ। ਜਿਹੜੇ ਕੱਲ ਮੰਤਰੀ ਸਾਹਿਬਾਨ ਨੂੰ ਇੱਕ ਭ੍ਰਸ਼ਟਾਚਾਰ ਦੇ ਆਰੋਪ ਦੇ ਵਿੱਚ ਖੁਦ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਰਖਾਸਤ ਕਰ ਦਿੱਤਾ ਹੈ, FIR ਕਰਾਤੀ ਹੈ, ਰਿਮਾਂਡ ਤੇ ਲੈ ਲਿਆ ਹੈ, ਇਸ ਤੋਂ ਬਾਅਦ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਬਾਕੀ MLA ਹੈ ਉਹਨਾਂ 'ਚ ਕੀ ਮੈਸੇਜ ਗਿਆ ਹੈ ਜਾਂ ਇੱਕ ਵਰਕਰਾਂ 'ਚ ਕੀ ਮੈਸੇਜ ਗਿਆ? ਅੱਜ ਇਸੇ ਕਰਕੇ ਤਾਂ ਨਹੀਂ ਕਿਤੇ ਤੁਹਾਡੀ ਵੀ ਜ਼ੁਬਾਨ ਥੋੜੀ ਦਬੀ ਹੈਗੀ? ਦੇਖੋ ਕੁਲਵੰਤ ਸਿੱਧੂ ਨੇ ਨਾ ਕਦੇ ਪੈਸਾ ਖਾਦਾ ਤੇ ਨਾ ਖਾਣਾ, ਤੇ ਨਾ ਮੈਂ ਪੈਸੇ ਖਾਣ ਦਿੱਤਾ। ਸਰ ਗੱਲ ਹੀ ਨਹੀਂ ਕੀਤੀ, ਤੁਸੀਂ ਐਡਵੋਕੇਟ ਹੋ, ਮੈਨੂੰ ਘੁਮਾਓ ਨਾ। ਦਬੀ ਜ਼ਬਾਨ ਦੀ ਗੱਲ ਕਰੀਏ ਤੁਸੀਂ। ਮੈਂ ਕਿਹਾ ਬੰਦਾ ਵੈਸੇ ਹੀ ਥੋੜਾ ਜਿਹਾ ਹੁੰਦਾ ਕਿ ਯਾਰ ਥੋੜਾ ਜਿਹਾ ਇਹ ਕਿੱਧਰ ਜਾਈ ਜਾਂਦੇ ਮੁੱਖ ਮੰਤਰੀ ਸਾਹਿਬ, ਆਪਣਾ ਹੀ ਫਸਾਈ ਜਾਂਦੇ, ਫਸਾਣਾ ਤਾਂ ਦੂਜੇ ਸੀਗੇ। ਸੁਣੋ, ਇਹ ਇੱਕ ਬਹੁਤ ਵੱਡਾ ਮੈਸੇਜ ਹੈ ਜੀ। ਕਿੱਦਾਂ ਦਾ ਮੈਸੇਜ? ਅਗਰ ਕੋਈ ਵੀ ਮੰਤਰੀ ਚਾਹੇ ਕੋਈ MLA ਜਿਹੜਾ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਦੋਸ਼ੀ ਪਾਇਆ ਗਿਆ ਜੀ, ਉਹਨੂੰ ਬਖਸ਼ਿਆ ਨਹੀਂ ਜਾਊਗਾ। ਇਸ ਗੱਲ ਤੋਂ ਬਾਅਦ ਜਦੋਂ ਇਹ ਖਬਰ ਡਿਸਪਲੇ ਤੇ ਚੱਲੀ, ਇਸ ਤੋਂ ਬਾਅਦ ਮੈਂ ਇਮੀਡੀਏਟ ਆਪਣੇ ਸੀ ਬਲਾਕ ਦੇ ਅਫਸਰ ਸਾਹਿਬਾਨਾਂ ਨਾਲ ਮੀਟਿੰਗ ਕਰੀ ਤੇ ਉਹਨਾਂ ਨੂੰ ਇਹੀ ਮੈਸੇਜ ਦਿੱਤਾ ਵੀ ਅਗਰ ਸਾਡੇ ਮੁੱਖ ਮੰਤਰੀ ਸਾਹਿਬ ਆਪਣੇ ਮੰਤਰੀ ਨੂੰ ਹੀ ਬਖਸ਼ਦੇ ਤਾਂ ਆਪਾਂ ਲੋਕਾਂ ਨੂੰ ਇਸ ਗੱਲ ਤੋਂ ਬਚ ਕੇ ਰਹਿਣਾ ਚਾਹੀਦਾ ਵੀ ਅਗਰ ਤੁਹਾਨੂੰ ਕੋਈ ਭ੍ਰਿਸ਼ਟਾਚਾਰ ਦੀ ਸ਼ਿਕਾਇਤਾਂ ਆਈਆਂ ਤਾਂ ਕੋਈ ਬਖਸ਼ਿਆ ਨਹੀਂ ਜਾਊਗਾ। ਜੀ ਸਰ, ਲੋਕੀ ਆਰੋਪ ਲਗਾ ਰਹੇ ਆ ਕਿ ਤੁਸੀਂ ਇਹ ਜਿਹੜੇ ਮੰਤਰੀ ਸਾਹਿਬ ਸੀ, ਇੱਕ ਬਹੁਤ ਛੋਟੀ ਜੀ ਮੱਛਲੀ ਸੀਗੇ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ 'ਚ ਫੜ ਲਿਆ ਗਿਆ। ਏਡੇ ਵੱਡੇ ਤੁਹਾਡੇ ਆਪਣੇ ਹੀ ਸ਼ਹਿਰ ਦੇ ਵਿੱਚ MP ਸਾਹਿਬ ਤੁਸੀਂ ਰਾਜ ਸਭਾ ਤੋਂ ਬਣਾਇਆ, ਉਹਨਾਂ ਨੇ ਇੰਡਸਟਰੀਅਲ ਲੈਂਡ ਤੇ ਸਿਰਫ 2.5 ਕਰੋੜ ਰੁਪਏ 'ਚ ਇੰਡਸਟਰੀਅਲ ਲੈਂਡ ਅਲਾਟ ਕਰਾ ਕੇ ਅੱਜ ਉਸ ਤੇ 1000 ਕਰੋੜ ਤੋਂ ਉੱਪਰ ਦੇ ਫਲੈਟ ਬਣਾ ਦਿੱਤੇ ਗਏ ਨੇ, ਪਰ ਉੱਥੇ ਕੋਈ ਬੋਲ ਨਹੀਂ ਰਿਹਾ। ਕਿ ਤੁਹਾਡੇ MLA ਸਾਹਿਬਾਨਾਂ ਦੀ ਡਿਊਟੀ ਨਹੀਂ ਬਣਦੀ ਕਿ ਜਾ ਕੇ ਦੱਸਣ ਕਿ ਇੰਡਸਟਰੀਅਲ ਲੈਂਡ ਕਿਸਾਨਾਂ ਦਾ ਤੁਸੀਂ ਹਮੇਸ਼ਾ ਪੱਖ ਰੱਖਦੇ ਰਹੇ ਹੋ ਕਿ ਕਿਸਾਨ ਹਿਤੈਸ਼ੀ ਪਾਰਟੀ ਹੈਗੀ ਹੈ ਤੁਹਾਡੀ, ਕਿਸਾਨਾਂ ਨੂੰ ਅੱਜ ਤੱਕ ਉੱਥੇ ਦਾ ਮੁਆਵਜ਼ਾ ਨਹੀਂ ਮਿਲਿਆ। 2.5 ਕਰੋੜ 'ਚ ਇੱਕ 20 ਸਾਲਾਂ ਦੀ ਆਸਾਨ ਕਿਸ਼ਤਾਂ ਤੇ ਜ਼ਮੀਨ ਅਲਾਟ ਹੋਈ ਹੈ, ਉਹਦੇ ਤੇ 1000 ਕਰੋੜ ਦੇ ਇੰਡਸਟਰੀਅਲ ਲੈਂਡ ਤੇ 1000 ਕਰੋੜ ਦੇ ਫਲੈਟ ਬਣ ਜਾਣ। ਤੁਸੀਂ ਐਡਵੋਕੇਟ ਵੀ ਹੈਗੇ ਹੋ, ਦਿਲ ਤੇ ਹੱਥ ਰੱਖ ਕੇ ਦੱਸੋ ਕਿ ਉਹ ਸਹੀ ਹੈਗਾ? ਬਿਲਕੁਲ ਗਲਤ ਹੈ। ਮੈਂ ਤੁਹਾਨੂੰ ਪਹਿਲਾਂ ਹੀ ਕਹਤਾ, ਚਾਹੇ ਕੋਈ MP ਹੈ, ਕੋਈ ਮੰਤਰੀ ਹੈ, ਕੋਈ ਸੰਤਰੀ ਹੈ, ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕਿ ਆਪਣੇ ਹੀ MP ਸਾਹਿਬ ਇਦਾਂ ਕਰੀ ਜਾਂਦੇ, ਆਪਾਂ ਦੂਜਿਆਂ ਤੇ ਕੀ ਉਂਗਲਾਂ ਚੱਕੀਏ? ਅਰੇ ਤਾਂ ਤੁਸੀਂ ਹੁਣ ਕਹਿਤਾ ਨਾ, ਇਹ ਤਾਂ ਪਹੁੰਚ ਗਈ ਗੱਲ। ਮਤਲਬ ਸਾਰਾ ਕੰਮ ਸਾਡਾ, ਮਤਲਬ ਤੁਸੀਂ ਕੀ ਕਰ ਰਹੇ ਹੋ? ਮੀਡੀਆ ਤੀਸਰੀ ਅੱਖ ਹੈ, ਤੁਹਾਡੀ ਜ਼ਿੰਮੇਵਾਰੀ ਹੈ। ਕੋਈ ਅਫਸਰ ਅਜੇ ਤੱਕ ਅਸੀਂ ਚੌਥੀ ਸੀ, ਅੱਜ ਤੁਸੀਂ ਤੀਸਰੀ ਬਣਾਤੀ। ਨਹੀਂ ਤੀਸਰੀ ਅੱਖ ਹੁੰਦੀ। ਅੱਛਾ, ਮੀਡੀਆ ਤੀਸਰੀ ਅੱਖ ਹੈ, ਤੀਸਰਾ ਸਤੰਭ ਹੈ ਜੀ। ਚੌਥੀ ਕਹੀ ਜਾਂਦੇ, ਮੈਂ ਕੱਲ ਨੂੰ ਉਹਨਾਂ ਨੂੰ ਪੁੱਛ ਲੈਣਾ ਕਿ ਕੁਲਵੰਤ ਜੀ ਕਹਿੰਦੇ ਤੀਸਰੀ ਹੈ, ਤੁਸੀਂ ਕਹਿੰਦੇ ਚੌਥੀ, ਪਹਿਲਾਂ ਡਿਸਾਈਡ ਕਰੋ ਕਿਹੜੀ ਹੈ। ਨਹੀਂ 4 ਅੱਖਾਂ ਹੁੰਦੀਆਂ ਨੇ ਜੀ, 2 ਅੱਖਾਂ ਥੰਬ ਕਹਿੰਦੇ ਹੋ ਗਿਆ, ਤੀਜੀ ਆ ਹੁੰਦੀ ਹੈ, ਚੌਥਾ ਸਤੰਭ ਹੁੰਦਾ ਜੀ। ਗੋਗੀ ਦੀ ਜ਼ਬਾਨ ਕਿਤੇ ਫਿਸਲ ਗਈ ਹੋਣੀ ਹੈ, ਭਰਾ ਸਾਡਾ ਛੋਟਾ ਕਈ ਵਾਰੀ ਉਹਨਾਂ ਨੇ ਥੰਬ ਕਿਹਾ ਸੀ, ਮੈਂ ਦੇਖ ਰਿਹਾ ਸੀ, ਤੁਸੀਂ ਠੀਕ ਬੋਲ ਰਹੇ ਹੋ। ਨਹੀਂ ਬਿਲਕੁਲ ਠੀਕ ਹੈ, ਤੀਸਰੀ ਅੱਖ ਹੈ। ਤੇ ਮੈਂ ਸਮਝਦਾ ਵੀ ਜਦੋਂ ਮੀਡੀਆ ਕੋਈ ਵੀ ਪੱਖ ਪੇਸ਼ ਕਰਦਾ ਉਹ ਲੋਕਾਂ ਦੇ ਹਿੱਤ ਵਾਸਤੇ ਹੁੰਦਾ। ਤੁਸੀਂ ਤਾਂ ਵੈਸੇ ਹੀ ਇਮਾਨਦਾਰ ਤੁਸੀਂ ਐਜ਼ ਏ ਐਡਵੋਕੇਟ ਵੀ ਹੋ, ਇਹ ਮੰਨਦੇ ਹੋ ਕਿ ਇੱਕ ਸ਼ਹਿਰ ਦੇ ਵਿੱਚ ਕਿਸਾਨਾਂ ਤੋਂ ਐਕਵਾਇਰ ਕੀਤੀ ਹੋਈ ਜ਼ਮੀਨ ਜਿਹੜੀ ਕਿ ਇੰਡਸਟਰੀ ਲਗਾਉਣ ਲਈ ਦਿੱਤੀ ਜਾਵੇ ਦੇ ਉਹਦੇ ਉੱਪਰ ਇੰਡਸਟਰੀਅਲ ਫਲੈਟ ਬਣਾ ਦਿੱਤੇ ਜਾਣ, ਰੈਜ਼ੀਡੈਂਸ਼ੀਅਲ ਫਲੈਟ ਬਣਾ ਦਿੱਤੇ ਜਾਣ, ਕੀ ਉਹ ਸਹੀ ਹੈ ਕਿ ਗਲਤ ਹੈ? ਕਿਉਂਕਿ ਤੁਸੀਂ ਐਡਵੋਕੇਟ ਵੀ ਹੋ, ਤੁਹਾਨੂੰ ਲਾਅ ਬਹੁਤ ਜ਼ਿਆਦਾ ਪਤਾ ਹੈ। ਇਹਦੇ ਆਪਾਂ ਕੱਲ ਹੀ ਫਾਈਲ ਮੰਗਾਉਣੇ ਜੀ।
ਤੁਸੀਂ ਕਿਹਾ ਨਾ ਵੀ ਫਾਈਲ ਨਹੀਂ ਮਿਲਦੀ ਜੀ ਕੱਲ ਹੀ ਇਹਦੀ ਫਾਈਲ ਮੰਗਾਉਂਗਾ ਚੈੱਕ ਕਰੂੰਗਾ ਜਿਹੜੀ ਕੋਈ ਬੇਨਜ਼ਮੀ ਪਾਈ ਗਈ ਮੈਂ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆ ਕੇ ਵਾਅਦਾ ਕਰਦੇ ਹੋ ਜਨਤਾ ਦੀ ਅੱਖਾਂ 'ਚ ਬਿਲਕੁਲ ਅੱਖਾਂ ਪਾ ਕੇ ਜ਼ਿਆਦਾ ਕਹਿ ਹੀ ਦਿੱਤਾ ਜੀ ਸਰ ਜਨਤਾ ਦੀ ਅੱਖਾਂ 'ਚ ਅੱਖਾਂ 'ਚ ਅੱਖਾਂ ਪਾਉਣ ਦੀ ਤਾਂ ਗੱਲ ਹੀ ਨਹੀਂ ਕੋਈ ਜੀ ਇਹ ਤਾਂ ਅੱਖ 'ਚ ਅੱਖ ਤਾਂ ਪਹਿਲਾਂ ਹੀ ਪੈ ਗਈ ਜਦੋਂ ਤੁਸੀਂ ਮੇਰੇ ਸਾਹਮਣੇ ਬਹਿ ਗਏ ਆ ਕੇ ਇਹਦੀ ਫਾਈਲ ਮੰਗਾਉਂਗਾ ਅਗਰ ਕੋਈ ਵੀ ਦੋਸ਼ੀ ਪਾਇਆ ਗਿਆ ਜੀ ਹਜੇ ਵੀ ਤੁਸੀਂ ਅਗਰ ਕਹਿ ਰਹੇ ਹੋ ਮੈਂ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦਾ ਹੈ ਕਿ ਬਿਲਕੁਲ ਜਿਹੜੇ ਨਾਲ ਦੇ ਪਲਾਟ ਨੂੰ ਜਿਹੜਾ 20 ਏਕੜ ਜ਼ਮੀਨ ਹੋਈ ਸੀ ਅਲਾਟ DIC ਵੱਲੋਂ ਮੇਰੇ ਵੱਲੋਂ ਨਹੀਂ ਤੁਹਾਡੇ ਵੱਲੋਂ ਨਹੀਂ DIC ਡਿਸਟ੍ਰਿਕਟ ਇੰਡਸਟਰੀਅਲ ਕਾਰਪੋਰੇਸ਼ਨ ਵੱਲੋਂ ਉਸ ਬੰਦੇ ਨੇ ਸਿਰਫ 7 ਏਕੜ ਜ਼ਮੀਨ ਕਿਸੇ ਨੂੰ ਵੇਚੀ ਸੀ ਤੇ ਡਿਸਟ੍ਰਿਕਟ ਇੰਡਸਟਰੀਅਲ ਕਾਰਪੋਰੇਸ਼ਨ ਨੇ ਉਹਦੇ ਤੇ ਪਰਚਾ ਦਰਜ ਕਰਾਇਆ 174 ਨੰਬਰ FIR ਹੈ ਫੋਕਲ ਪੁਆਇੰਟ ਦੀ ਮਤਲਬ ਮੈਂ ਨਹੀਂ ਕਹਿ ਰਿਹਾ ਰਿਕਾਰਡ 'ਚ ਹੈ ਔਨ ਰਿਕਾਰਡ ਹੈਗਾ ਸਾਰੀਆਂ ਚੀਜ਼ਾਂ ਤੇ ਜੇ ਉਹ ਉਸ ਤੇ ਇਸ ਲਈ ਪਰਚਾ ਦਰਜ ਕਰਾਇਆ ਕਿ ਤੁਸੀਂ ਵੇਚ ਨਹੀਂ ਸਕਦੇ ਤੇ ਇਹਨਾਂ ਨੇ ਤਾਂ ਵੇਚ ਵੀ ਦਿੱਤੀ ਉਸ ਤੋਂ ਬਾਅਦ 2000 ਰਿਹਾਇਸ਼ੀ ਫਲੈਟ ਵੀ ਬਣਾ ਦਿੱਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਰਾਜ ਸਭਾ MP ਵੀ ਬਣਾ ਦਿੱਤਾ ਤੁਹਾਡੀ ਸਰਕਾਰ ਨੇ ਉਸ ਤੋਂ ਬਾਅਦ ਹਜੇ ਆਪਾਂ ਕਹਿ ਰਹੇ ਕਿ ਜੇ MP ਬਣਨ ਤੋਂ ਪਹਿਲਾਂ ਦੀ ਗੱਲ ਹੈ ਕਿ ਮਗਰੋਂ ਦੀ ਹੈ ਜੀ ਸਰ ਅੱਜ ਤਾਂ ਉਹ ਤੁਹਾਡੀ ਸਰਕਾਰ ਦੇ ਸਿਤਾਰਾ ਹੈਗੇ ਆ ਚਮਕ ਤਾਂ ਤੁਹਾਡੀ ਸਰਕਾਰ ਤੇ ਰਹੇ ਆ ਕੱਲ ਨੂੰ ਤੁਸੀਂ ਵੀ ਕਾਂਗਰਸ 'ਚ ਸੀਗੇ ਸਰ ਹੁਣ ਅੱਜ ਤਾਂ ਤੁਸੀਂ ਆਮ ਆਦਮੀ ਪਾਰਟੀ ਦਾ ਸਿਤਾਰਾ ਹੋ ਸਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਇਹ ਬੇਨਿਯਮੀ ਹੋਈ ਹੈ ਉਹਨਾਂ ਦੇ MP ਬਣਨ ਤੋਂ ਬਾਅਦ ਹੋਈ ਹੈ ਕਿ ਪਹਿਲਾਂ ਦੀ MP ਤਾਂ ਸਰ ਹੁਣ ਬਣੇ ਆ ਨਾ ਜੀ ਆਪਾਂ ਤਾਂ ਅੱਜ ਦੀ ਗੱਲ ਕਰ ਰਹੇ ਆ ਪਿਛਲੀ ਕਾਂਗਰਸ 'ਚ ਤਾਂ ਬਹੁਤ ਕੁਝ ਹੋ ਗਿਆ ਤੁਸੀਂ ਵੀ ਤਾਂ ਹੀ ਛੱਡ ਕੇ ਇੱਧਰ ਆਏ ਕੋਈ ਸਰ ਬੇਨਿਯਮੀ ਪਾਈ ਗਈ ਕੋਈ ਵੀ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਅੱਜ ਜੇ ਬੇਨਜ਼ਮੀ ਪਾਈ ਗਈ ਹੈ ਤੇ ਅੱਜ ਤਾਂ ਤੁਸੀਂ ਕਰੋਗੇ ਸਿਫਾਰਿਸ਼ ਕਰੋਗੇ ਅੱਜ ਵੀ ਪਹਿਲਾਂ ਵੀ ਜੋ ਕੋਈ ਪਿਛਲਾ ਹੁਣ ਆ ਜਿਹੜਾ ਦੋਸ਼ੀ ਸੀ ਆ ਜਗਦੀਪ ਸਿੰਘ ਢਿੱਲੋਂ ਹਾਂਜੀ ਇਹ ਜਗਨਦੀਪ ਸਿੰਘ ਢਿੱਲੋਂ ਇਹਨੇ ਅੱਜ ਇਹਨੇ ਕੋਈ ਅੱਜ ਤਾਂ ਨਹੀਂ ਬੇਨਜ਼ਮੀ ਕਰੀ ਨਾ ਇਹ ਪੁਰਾਣੀ ਸੀ ਨਾ ਜੇ ਕੋਈ ਪੁਰਾਣੀ ਅੱਜ ਤੋਂ 10 ਸਾਲ ਪਹਿਲਾਂ ਕੋਈ ਮਰਡਰ ਕਰ ਦੇਵੇ ਇਹ ਥੋੜਾ ਵੀ ਉਹ ਪੁਰਾਣੀ ਗੱਲ ਹੋ ਗਈ ਬਖਸ਼ਿਆ ਜਾਊਗਾ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਊਗਾ ਅੱਛਾ ਮੈਨੂੰ ਇੱਕ ਹੋਰ ਚੀਜ਼ ਦੱਸੋ ਕੁਲਵੰਤ ਸਿੱਧੂ ਜੀ ਤੁਸੀਂ ਬੜੇ ਐਡਵੋਕੇਟ ਵੀ ਹੈਗੇ ਹੋ ਬਹੁਤ ਸੂਝਵਾਨ ਵੀ ਹੋਗੇ ਔਰ ਇੱਕ ਵਿਜ਼ਨਰੀ ਇਨਸਾਨ ਹੋ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਰੈਜ਼ੀਡੈਂਸ਼ੀਅਲ ਇਲਾਕੇ ਦੇ ਵਿੱਚ ਉਸਾਰੀਆਂ ਚੱਲ ਰਹੀਆਂ ਕਮਰਸ਼ੀਅਲ ਸਰੇਆਮ ਦਿਨ ਦਿਹਾੜੇ ਧੜੱਲੇ ਦੇ ਨਾਲ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੁਛ ਦੁੱਗਰੀ ਏਰੀਆ 'ਚ ਮੇਰੇ ਹਲਕੇ 'ਚ ਵੀ ਮੇਰੇ ਧਿਆਨ 'ਚ ਆਇਆ ਮਾਡਲ ਟਾਊਨ ਸਰ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਚੱਲ ਰਹੀ ਹੈ ਔਰ ਮੈਂ ਤੁਹਾਨੂੰ ਕੰਪਲੇਂਟ ਵੀ ਭੇਜੀ ਸੀਗੀ ਬਕਾਇਦਾ ਜਿਹੜੇ ਰੈਜ਼ੀਡੈਂਸ਼ੀਅਲਾਂ ਨੇ ਭੇਜੀ ਸੀਗੀ ਔਰ ਉੱਥੇ ਲਗਾਤਾਰ ਤੀਸਰੀ ਵਾਰ ਹੋ ਗਿਆ 2 ਵਾਰੀ ਮਹੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਕਿ ਸਾਬਕਾ ਮੰਤਰੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਮਹੱਲੇ ਵਾਲਿਆਂ ਨੂੰ ਲੈ ਕੇ ਮਹੇਸ਼ਿੰਦਰ ਭਾਈ ਦਾ ਮੈਨੂੰ ਕੱਲ ਵੀ ਫੋਨ ਆਇਆ ਸਾਡੇ ਵੱਡੇ ਭਰਾ ਨੇ ਉਹਨਾਂ ਨੇ ਕੱਲ ਵੀ ਫੋਨ ਆਇਆ ਮੈਂ STP ਸਾਹਿਬ ਨੂੰ ਕੱਲ ਬੁਲਾਇਆ ਜੀ ਉਹਦੇ ਵਿੱਚ ਵੀ ਜੇ ਕੋਈ ਉਹ ਪਿਛਲਾ ਜਦੋਂ ਮੈਂ ਪਿਛਲੀ ਵਾਰੀ STP ਸਾਹਿਬ ਨਾਲ ਗੱਲ ਕਰੀ ਸੀ ਤੇ ਉਹਨਾਂ ਨੇ ਮੈਨੂੰ ਕੋਈ ਪਿਛਲਾ ਹਵਾਲਾ ਕਰਿਆ ਦਿੱਤਾ ਸੀ ਵੀ ਅੱਜ ਤੋਂ 15-20 ਸਾਲ ਪਹਿਲਾਂ ਕੋਈ ਉਹ ਟੈਕਸ ਭਰਿਆ ਹੋਇਆ ਉਹਨਾਂ ਦਾ ਕਮਰਸ਼ੀਅਲ ਉਹਦੇ ਕਰਕੇ ਉਹ ਲੇਡੀ ਜਿਹੜੀ ਹੈ ਉਹ ਕੋਈ ਵਿਧਵਾ ਔਰਤ ਆ ਉਹ ਜਿਹੜੀਆਂ ਦੁਕਾਨਾਂ ਪੁਰਾਣੀਆਂ ਬੜੀਆਂ ਸ਼ੋਅ ਕਰਦੇ ਆ ਅਗਰ ਉੱਥੇ ਤਾਂ ਹੁਣ ਕੰਸਟਰਕਸ਼ਨ ਚੱਲ ਰਹੀ ਹੈ ਮੈਂ ਤੁਹਾਨੂੰ ਵੀਡੀਓ ਵੀ ਭੇਜੀ ਹੈ ਫੋਟੋਆਂ ਵੀ ਭੇਜੀ ਜਿਹੜੀ ਇਲਾਕਾ ਵਾਸੀਆਂ ਨੇ ਤੁਹਾਨੂੰ ਭੇਜੀ ਹੈ ਮੈਂ ਖੁਦ ਤੁਹਾਨੂੰ ਭੇਜੀ ਹੈ ਤੁਸੀਂ ਮੇਨ ਪੁਰਾਣੀਆਂ ਜਿਹੜੀਆਂ ਦੁਕਾਨਾਂ ਨਾ ਅੱਜ ਤੋਂ ਕੋਈ 8-10 ਸਾਲ ਪਹਿਲਾਂ ਚੜੀਆਂ ਸੀ ਪਹਿਲਾਂ ਉਦੋਂ ਕੋਈ ਮੁਰਗਿਆਂ ਦੀ ਦੁਕਾਨ ਸੀ ਪਤਾ ਨਹੀਂ ਕਾਹਦੀ ਉਹਨਾਂ ਨੇ ਟੈਕਸ ਭਰੇ ਸੀ ਤੇ ਮੈਂ ਕੱਲ STP ਸਾਹਿਬ ਨੂੰ ਦੁਬਾਰਾ ਬੁਲਾਇਆ ਜੀ ਸਰ ਹੁਣੇ ਤੁਸੀਂ ਕਿਹਾ ਕਿ ਆ ਜਿਹੜਾ ਜਗਨਦੀਪ ਸਿੰਘ ਜੀ ਨੇ ਕੁਤਾਹੀ ਜਿਹੜੀ ਕੀਤੀ ਸੀ ਪਹਿਲਾਂ ਕੀਤੀ ਸੀ ਜੇ ਪਹਿਲਾਂ ਪਾਪ ਕੀਤਾ ਮਤਲਬ ਅੱਜ ਉਹਨੂੰ ਧੋ ਦਾਂਗੇ ਆਪਾਂ ਨਹੀਂ ਉਹ ਇੱਕ ਕਰਪਸ਼ਨ ਦਾ ਕੇਸ ਹੈ ਉਹ ਅਗਰ ਕੋਈ ਅੱਜ ਤੋਂ 15 ਸਾਲ ਪਹਿਲਾਂ ਅਗਰ ਕੋਈ ਕਮਰਸ਼ੀਅਲ ਟੈਕਸ ਉਹਨੇ ਭਰਤਾ ਇਟ ਮੀਨਸ ਉਹ ਅੱਜ ਤੋਂ 15 ਸਾਲ ਪਹਿਲਾਂ ਵੀ ਉੱਥੇ ਦੁਕਾਨ ਸੀ ਜੀ ਇਹ ਮੈਂ ਕਹਿਣ ਦਾ ਮਤਲਬ ਇਹ ਹੈ ਮੈਂ ਕੋਈ ਬੇਨਜ਼ਮੀ ਦੀ ਕੋਈ ਹਮਾਇਤ ਨਹੀਂ ਕਰਦਾ ਕਿਉਂਕਿ ਨਾ ਸਾਡੇ ਪੁਰਾਣੀਆਂ ਸਰਕਾਰਾਂ ਨੇ ਤੁਸੀਂ ਇਸੇ ਲਈ ਤਾਂ ਜਨਤਾ ਨੇ ਤੁਹਾਨੂੰ ਚੁਣਿਆ ਕਿ ਪੁਰਾਣੀਆਂ ਸਰਕਾਰਾਂ ਦੇ ਵੇਲੇ ਤਾਂ ਹੋਈਆਂ ਹੀ ਕੁਤਾਹੀਆਂ 15 ਸਾਲ ਪਹਿਲਾਂ ਤਾਂ ਤੁਸੀਂ ਸੀਗੇ ਹੀ ਨਹੀਂ 15 ਸਾਲਾਂ 'ਚ ਤਾਂ ਪੁਰਾਣੀਆਂ ਸਰਕਾਰ ਰਵਾਇਤੀ ਪਾਰਟੀਆਂ ਸੀ ਉਹਨਾਂ ਨੇ ਤਾਂ ਕੀਤੀਆਂ ਕੁਤਾਹੀਆਂ ਤੇ ਜੇ ਉਹਨਾਂ ਨੇ ਰਲ ਮਿਲ ਕੇ ਕਰਤਾ ਇਹਦਾ ਮਤਲਬ ਤਾਂ ਆਪਾਂ ਅੱਜ ਆ ਕੇ ਉਹਨਾਂ ਨੂੰ ISO ਸਟੈਂਪ ਦੇਤੀ ਕਲੀਨ ਚਿੱਟ ਦੇਤੀ ਤੇ ਫਿਰ ਤਾਂ ਕੁਤਾਹੀ ਉੱਥੇ ਹੀ ਰਹਿ ਗਈ ਸਰ ਉਹਦੇ 'ਚ ਵੀਰ ਜੀ ਅਗਰ ਕੋਈ ਵੀ 15 ਸਾਲ ਪਹਿਲੇ ਕਿਸੇ ਨੇ ਕਤਲ ਕਰਤਾ ਅੱਜ ਆਪਾਂ ਉਹਨੂੰ ਕਲੀਨ ਚਿੱਟ ਦੇ ਸਕਦੇ ਹਾਂ ਜੀ 15 ਸਾਲ ਪਹਿਲਾਂ ਨਹੀਂ ਦਿੱਤੀ ਜਾਊਗੀ ਜੀ ਇਹ ਵੀ ਤਾਂ ਉਹੀ ਗੱਲ ਹੋ ਗਈ ਜੀ ਇਹ ਮੈਂ ਕੱਲ ਨੂੰ ਉਹਦੀ ਫਾਈਲ ਮੰਗਾਉਣਾ ਤੇ ਅਗਰ ਉਹ ਜੇ ਬੇਨਜ਼ਮੀ ਹੈ ਵੈਸੇ ਤਾਂ ਕਲੀਅਰ ਹੈ ਗੱਲ ਜਦੋਂ ਤੁਸੀਂ ਕਹਿ ਰਹੇ ਹੋ ਮਹੇਸ਼ਿੰਦਰ ਭਾਜੀ ਕਹਿ ਰਹੇ ਨੇ ਤਾਂ ਉਹ ਬੇਨਜ਼ਮੀ ਹੈਗੀ ਹੈ ਰੈਜ਼ੀਡੈਂਸ਼ੀਅਲ ਇਲਾਕੇ ਦੇ ਵਿੱਚ ਮਾਡਲ ਨਿਵਾਸੀ ਕਹਿ ਰਹੇ ਨੇ ਵੀ ਇਹ ਗਲਤ ਹੈ ਤਾਂ ਉਹਨੂੰ ਮੈਂ ਜ਼ਰੂਰ ਸੀਲ ਕਰਵਾਉਂਗਾ ਸਰ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗੇ ਤੁਸੀਂ ਵਕੀਲ ਸਾਹਿਬ ਵੀ ਹੈਗੇ ਹੋ ਮੈਂ ਬਾਰ-ਬਾਰ ਇਸ ਲਈ ਕਹਿੰਦਾ ਕਿਉਂਕਿ ਇੱਕ ਵਕੀਲ ਨੂੰ ਇੱਕ ਆਮ ਆਦਮੀ ਨਾਲੋਂ ਬਹੁਤ ਜ਼ਿਆਦਾ ਆਪਣੇ ਲਾਅ ਐਂਡ ਆਰਡਰ ਦੀ ਨੌਲੇਜ ਹੁੰਦੀ ਹੈ ਲਾਜ਼ ਦੀ ਹੁੰਦੀ ਹੈ ਆਪਣੇ ਅਧਿਕਾਰਾਂ ਦੀ ਹੁੰਦੀ ਹੈ ਮੈਂ ਇਹ ਪੁੱਛਣਾ ਚਾਹੁੰਦਾ ਐਜ਼ ਏ ਵਕੀਲ ਕਿ ਕੋਈ ਵੀ ਇਲਾਕਾ ਜਿਹੜਾ ਕਿ ਨਗਰ ਸੁਧਾਰ ਵੱਲੋਂ ਜਾਂ ਕਾਰਪੋਰੇਸ਼ਨ ਵੱਲੋਂ ਡਿਵੈਲਪ ਕੀਤਾ ਗਿਆ ਹੋਵੇ ਅੰਡਰ ਪਲੈਨਿੰਗ ਸਕੀਮ
ਅੰਡਰ ਪਲੈਨਿੰਗ ਸਕੀਮ ਬਾਰ-ਬਾਰ ਪੁੱਛ ਰਹੇ ਆ, ਅੰਡਰ ਪਲੈਨਿੰਗ ਸਕੀਮ, ਕਿਉਂਕਿ ਅੰਡਰ ਪਲੈਨਿੰਗ ਸਕੀਮ ਦੇ ਵਿੱਚ ਰੈਜ਼ੀਡੈਂਸ਼ੀਅਲ ਇਲਾਕਾ ਅਲੱਗ ਹੁੰਦਾ ਹੈ, ਕਮਰਸ਼ੀਅਲ ਇਲਾਕਾ ਅਲੱਗ ਹੁੰਦਾ, ਔਰ ਕਮਰਸ਼ੀਅਲ ਇਲਾਕੇ ਲਈ ਐਕਸਟਰਾ ਰੇਟ ਵੀ ਰੱਖੇ ਜਾਂਦੇ ਆ। ਕੀ ਉਹਦੇ ਵਿੱਚ ਕੋਈ ਵੀ ਸਰਕਾਰ ਬਾਅਦ ਚੋਂ ਆਪਣੇ ਨਿੱਜੀ ਅਧਿਕਾਰੀ ਆਪਣੇ ਮੂੜਲੇ ਅਧਿਕਾਰਾਂ ਨੂੰ ਕਹਿੰਦੇ ਉਹਦੇ ਦੁਰਵਰਤੋਂ ਕਰਦੇ ਹੋਏ ਕੀ ਉਹਦੇ ਵਿੱਚ ਪੂਰੇ ਪਲੈਨਿੰਗ ਨੂੰ ਚੇਂਜ ਕਰ ਸਕਦੇ ਆ? ਰੈਜ਼ੀਡੈਂਸ਼ੀਅਲ ਵਾਲੀ ਜਗ੍ਹਾ ਤੇ ਕਮਰਸ਼ੀਅਲ ਬਣਾ ਸਕਦੇ ਆ, ਕਮਰਸ਼ੀਅਲ ਵਾਲੀ ਜਗ੍ਹਾ ਤੇ ਰੈਜ਼ੀਡੈਂਸ਼ੀਅਲ ਬਣਾ ਸਕਦੇ? ਨਹੀਂ ਜੀ, ਕੋਈ ਨਹੀਂ ਬਣਾ ਸਕਦਾ। ਜਿਵੇਂ ਇੰਪਰੂਵਮੈਂਟ ਟਰਸਟ ਹੈ ਗਲਾਡਾ ਜੀ, ਉਹ ਕਮਰਸ਼ੀਅਲ ਤੇ ਰੈਜ਼ੀਡੈਂਸ ਵੱਖਰੀਆਂ ਕੱਢਦੇ ਆ ਜੀ, ਉਹਨੂੰ ਕਦੇ ਵੀ ਚੇਂਜ ਨਹੀਂ ਕੀਤਾ ਜਾ ਸਕਦਾ। ਅਗਰ ਕੋਈ ਮਤਲਬ ਹਾਊਸ ਪਾਸ ਕਰ ਦੇਵੇ ਬਈ ਆ ਇੰਪਰੂਵਮੈਂਟ ਟਰਸਟ ਦੀ ਰੋਡ ਜਾ ਰਹੀ ਹੈ ਤਾਂ ਅੱਜ ਸ਼ਹਿਰ ਦਾ ਵਧਾ ਦੇਖਦੇ ਹੋਏ ਇਹਦੇ ਤੇ CLU ਅਲਾਉ ਕਰ ਦਿੱਤੀ ਗਈ ਹੈ, ਫਿਰ ਉਹਨੂੰ ਚੇਂਜ ਆਫ ਲੈਂਡ ਯੂਜ਼ ਦੇ ਪੈਸੇ ਭਰ ਕੇ ਉਹਨੂੰ ਬਦਲਿਆ ਜਾ ਸਕਦਾ, ਅਗਰ ਅਦਰਵਾਈਜ਼ ਕੋਈ ਉਹਦੇ ਜਗ੍ਹਾ ਨਹੀਂ। ਪਰ ਕੀ ਉਹ ਜਨਤਾ ਨਾਲ ਧੋਖਾ ਨਹੀਂ? ਜਿਹਨੇ ਅੰਡਰ ਪਲੈਨਿੰਗ ਸਕੀਮ ਦੇ ਵਿੱਚ ਤੁਸੀਂ ਮਾਡਲ ਟਾਊਨ 'ਚ ਸਪੋਜ਼ ਕਰੋ ਰਹਿੰਦੇ ਹੋ, ਅੰਡਰ ਪਲੈਨਿੰਗ ਸਕੀਮ ਉਹ ਇਲਾਕਾ ਵਸਾਇਆ ਗਿਆ, ਠੀਕ ਹੈ, ਤੁਸੀਂ ਤਾਂ ਇਸ ਦੇਖ ਕੇ ਰੱਖਿਆ ਕਿ ਇਹ ਸਰਕਾਰ ਨੇ ਵਸਾਇਆ ਔਰ ਪਲੈਨਿੰਗ ਵੀ ਸਰਕਾਰ ਦੀ ਹੈ, ਸਰਕਾਰ ਤੋਂ ਉੱਪਰ ਤਾਂ ਕੋਈ ਨਹੀਂ। ਜੇ ਸਰਕਾਰ ਨੇ ਪਲੈਨਿੰਗ ਕੀਤੀ ਹੋਵੇ, ਉੱਥੇ ਰੈਜ਼ੀਡੈਂਸ਼ੀਅਲ ਏਰੀਆ ਹੋਵੇ, ਤੁਸੀਂ ਘਰ ਲੈ ਲਓ, ਔਰ ਕੱਲ ਨੂੰ ਉੱਥੇ ਸਰਕਾਰ ਦਾ ਮਨ ਕਰੇ 10-20 ਸਾਲਾਂ ਬਾਅਦ ਸਰਕਾਰ ਕਹੇ ਨਹੀਂ ਜੀ ਮੈਂ ਤਾਂ ਹੁਣ ਇਹਨੂੰ CLU ਕਰ ਦਿੱਤਾ, ਮਤਲਬ ਤੁਹਾਡੇ ਅਧਿਕਾਰੀਆਂ ਨਾਲ ਡਾਕਾ ਨਹੀਂ ਹੈ ਤੁਹਾਡੇ ਅਧਿਕਾਰਾਂ? ਮੈਂ ਉੱਥੇ ਹੀ ਆਉਣਾ, ਮਲਹਾਰ ਰੋਡ ਰੈਜ਼ੀਡੈਂਸ਼ੀਅਲ ਸਾਈਡ ਸੇ ਬਹੁਤ ਵਧੀਆ, ਜਿਹੜੀ ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ, ਵੈਸੇ ਆਪਾਂ ਉਹਨੂੰ ਸਰਾਭਾ ਨਗਰੀ ਕਹਿੰਦੇ ਆ, ਵੈਸੇ ਉਹਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ ਆ। ਮਲਹਾਰ ਰੋਡ ਤੇ ਅੱਜ ਦੇਖੋ ਕੀ ਹੋਇਆ, ਹੱਕਾਂ ਲੋਕਾਂ ਦੇ ਹੱਕਾਂ ਤੇ ਡਾਕਾ ਜ਼ਰੂਰ ਆ। ਜਿਹੜੇ ਰੈਜ਼ੀਡੈਂਸ਼ੀਅਲ ਲੋਕ ਅੱਜ ਬਣਾ ਕੇ ਕੋਠੀਆਂ ਬੈਠੇ ਆ, ਉਹਨਾਂ ਨਾਲ ਤਾਂ ਜ਼ਰੂਰ ਇਹ ਜਾਤੀ ਹੈ, ਇਹਦੇ 'ਚ ਵੀ ਅਸੀਂ ਸੋਧ ਦੀ ਮੰਗ ਕਰਾਂਗੇ ਜੀ। ਸੋਧ ਦੀ ਮੰਗ ਕਰੋਗੇ? ਮੈਂ ਇਹ ਪੁੱਛਣਾ ਚਾਹੁੰਦਾ, ਅੱਜ ਉੱਥੇ ਸਪੋਜ਼ ਕਰੋ 20 ਤੋਂ 25 ਬਿਲਡਿੰਗਾਂ ਬਣ ਗਈਆਂ, ਮਤਲਬ 25 ਕਾਰੋਬਾਰੀਆਂ ਨੂੰ ਖੁਸ਼ ਕਰਨ ਲਈ ਬਿਲਡਿੰਗਾਂ ਬਣਾ ਦਿੱਤੀਆਂ ਗਈਆਂ, ਪਰ ਪਿੱਛੇ ਜਿਹੜੇ ਹਜ਼ਾਰਾਂ ਲੋਕ ਰਹਿੰਦੇ ਉਹਦੇ ਅੱਗੇ ਪਿੱਛੇ ਹੁਣ ਇਹ ਜੀ ਗੱਲਾਂ ਕਰਨ ਲੱਗ ਪਏ ਆਮ ਆਦਮੀ ਪਾਰਟੀ ਦੇ ਰਾਜਨੇਤਾ ਕਿ ਨਹੀਂ ਜੀ ਉਹ ਹੁਣ ਇੰਨਾ ਪੈਸਾ ਲੱਗ ਗਿਆ, ਹੁਣ ਅਸੀਂ ਇਹਨੂੰ ਕਿੱਦਾਂ ਬਰਬਾਦ ਹੋਣ ਦਈਏ। ਉਹ 25 ਬੰਦੇ ਤਾਂ ਨਜ਼ਰ ਆ ਰਹੇ ਆ, ਉਹਦੇ ਪਿੱਛੇ ਜਿਹੜੀ ਇੰਨੀ ਜਨਤਾ ਜਿਹਨੇ ਵਿਸ਼ਵਾਸ ਜਤਾ ਕੇ ਚੁਣਿਆ, ਕਿ ਉਹ ਨਹੀਂ ਨਜ਼ਰ ਆ ਰਹੇ ਕਿ ਅੱਜ ਵੀ? ਅੱਛਾ, ਇੱਕ ਹੋਰ ਚੀਜ਼ ਦੱਸੋ ਕਿ ਹਾਊਸ ਦੇ ਵਿੱਚ ਪਾਸ ਹੋਣਾ, ਹਾਊਸ ਦੇ ਵਿੱਚ ਪਾਸ ਕਰਤਾ ਮਿੰਟਸ ਆਫ ਮੀਟਿੰਗ 'ਚ, ਕੀ ਉਹ ਕਾਨੂੰਨ ਬਣ ਗਿਆ? ਉਸ ਤੋਂ ਬਾਅਦ ਜਿਹੜਾ ਇੱਕ ਨੋਟੀਫਿਕੇਸ਼ਨ ਦੇਣਾ ਹੁੰਦਾ ਅਖਬਾਰਾਂ 'ਚ ਜਾਂ ਗਜਟ ਕਰਨਾ ਹੁੰਦਾ, ਉਹਦੀ ਕੋਈ ਜ਼ਰੂਰਤ ਨਹੀਂ ਹੁੰਦੀ? ਤੁਸੀਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰੀ ਹੈ ਵੀ ਇਹਦੇ 'ਚ ਸੋਧ ਦੀ ਮੰਗ ਕਰਾਂਗੇ। ਅਸੀਂ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਵਾਂਗੇ ਵੀ ਰਵਾਇਤੀ ਪਾਰਟੀਆਂ ਨੇ ਆਪਣੇ ਨਿੱਜੀ ਹਿੱਤਾਂ ਲਈ ਕੋਈ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਪ੍ਰਾਪਰਟੀ ਜ਼ਿਆਦਾ ਤੋਂ ਜ਼ਿਆਦਾ ਪਰਚੇਜ ਕਰੀਆਂ। ਮੈਂ ਬਿਨਾਂ ਨਾਂ ਲਏ ਤੁਹਾਡਾ ਇਸ਼ਾਰਾ ਕਰੂੰਗਾ, ਤੁਸੀਂ ਸਮਝੋਗੇ ਜੀ। ਰੈਜ਼ੀਡੈਂਸ਼ੀਅਲ ਏਰੀਆ 'ਚ ਜ਼ਿਆਦਾ ਤੋਂ ਜ਼ਿਆਦਾ ਪ੍ਰਾਪਰਟੀਆਂ ਪਰਚੇਜ ਕਰ ਲਈਆਂ, ਕਿਉਂਕਿ ਪੈਸਾ ਤੁਹਾਨੂੰ ਪਤਾ ਵੀ 2 ਨੰਬਰ ਦਾ ਪੈਸਾ ਕਿਤੇ ਨਾ ਕਿਤੇ ਲਾਉਣਾ ਸੀ ਜੀ। ਉਹ ਏਰੀਆ ਦੇ ਨਾਮ ਕਿਉਂ ਨਹੀਂ ਲੈਂਦੇ? ਤੁਸੀਂ ਤਾਂ ਐਡਵੋਕੇਟ ਹੋ, ਤੁਸੀਂ ਕਿਉਂ? ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਸਾਰੇ ਸ਼ਹਿਰ ਨੂੰ ਪਤਾ। ਜਿਹੜੇ ਰੈਜ਼ੀਡੈਂਸ਼ੀਅਲ ਤਾਂ ਪਤਾ ਨਹੀਂ ਸਰ, ਦੱਸ ਦਿਓ ਚਲੋ, ਕੰਨ 'ਚ ਆਪੇ ਲੱਗ ਜੂਗਾ ਪਤਾ, ਆਪੇ ਲੱਗ ਜੂ, ਜਦੋਂ ਪਰਚੇ ਹੋਏ ਆਪੇ ਪਤਾ ਲੱਗ ਜੂਗਾ। ਜਦੋਂ ਰੈਜ਼ੀਡੈਂਸ਼ੀਅਲ ਏਰੀਆ ਦੀਆਂ ਜ਼ਿਆਦਾ ਤੋਂ ਜ਼ਿਆਦਾ ਪ੍ਰਾਪਰਟੀਆਂ ਪਰਚੇਜ ਕਰਨ ਤੋਂ ਬਾਅਦ ਉਹਦੇ ਤੇ ਇੱਕਦਮ ਕਹਿ ਦੇਣਾ ਜੀ ਇਹ ਰੋਡ ਸਾਈਡ ਕਮਰਸ਼ੀਅਲ ਕਰ ਦਿੱਤੀ ਗਈ ਹੈ, ਤਾਂ ਕਿ ਉਹਨਾਂ ਦੇ ਲਾਏ ਹੋਏ ਪੈਸੇ ਡਬਲ ਹੋ ਜਾਣ। ਇੱਕ ਤਾਂ 2 ਨੰਬਰ ਦਾ ਪੈਸਾ ਲੱਗ ਗਿਆ, ਇੱਕ 2 ਨੰਬਰ ਦਾ ਪੈਸਾ ਲਾਇਆ ਡਬਲ ਹੋ ਗਿਆ। ਇਹਨਾਂ ਦੇ ਵਿੱਚ ਸੋਧ ਦੀ ਮੈਂ ਮੰਗ ਕਰਦਾ, ਤੇ ਮੁੱਖ ਮੰਤਰੀ ਸਾਹਿਬ ਦੇ ਸਾਡੇ ਜਿਹੜੇ ਲੋਕਲ ਬੋਡੀ ਦੇ ਮਿਨਿਸਟਰ ਵੀ ਨੇ, ਉਹ ਉਹਨਾਂ ਕੋਲੇ ਇਹ ਮਹਿਕਮਾ, ਉਹਨਾਂ ਦੇ ਧਿਆਨ 'ਚ ਲਿਆਵਾਂਗੇ ਵੀ ਇਸ ਤਰ੍ਹਾਂ ਦੀ ਜਿਹੜੀ ਬੇਨਿਯਮੀ ਆ ਉਹ ਸ਼ਹਿਰ ਦੇ ਹੱਕਾਂ ਨਾਲ ਡਾਕਾ, ਇਹਦੀ ਕਦੇ ਵੀ ਆਗਿਆ ਨਹੀਂ ਦਿੱਤੀ ਜਾਂਦੀ ਆਉਣ ਵਾਲੇ ਸਮੇਂ ਵਿੱਚ। ਸਰ ਇੱਕ ਮੈਂ ਇਹਦੇ ਵਿੱਚ ਟੈਕਨੀਕਲੀ ਜਨਰਲ ਨੌਲੇਜ ਲਈ ਪੁੱਛਣਾ ਚਾਹੁੰਦਾ, ਕਿਉਂਕਿ ਮੈਨੂੰ ਨਹੀਂ ਨੌਲੇਜ ਹੈਗੀ ਹੈ। ਇੱਕ ਮੀਟਿੰਗ ਦੇ ਵਿੱਚ, ਹਾਊਸ ਦੀ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕਰ ਦਿੱਤਾ ਜਾਂਦਾ ਕਿ ਇਹਨੂੰ ਆਪਾਂ ਕਮਰਸ਼ੀਅਲ ਕਰਾਂਗੇ, ਠੀਕ ਹੈ, ਕੀ ਉਸ ਤੋਂ ਬਾਅਦ ਉਹਦੇ ਕੋਈ ਨੋਟੀਫਿਕੇਸ਼ਨ ਜਿਵੇਂ ਅਖਬਾਰਾਂ 'ਚ ਕਢਾ ਕੇ ਆਬਜੈਕਸ਼ਨ ਮੰਗਣਾ ਹੁੰਦਾ ਹੈ ਜਾਂ ਗਜਟ ਕਰਨ ਦੀ ਲੋੜ ਹੁੰਦੀ ਹੈ, ਕਿ ਉਹ ਖਤਮ ਹੋ ਜਾਂਦੀ, ਉਹਦੀ ਕੋਈ ਲੋੜ ਨਹੀਂ ਹੁੰਦੀ ਕਿ ਉਹ ਰਹੂਗੀ? ਬਿਲਕੁਲ, ਅਗਰ ਹਾਊਸ ਦੇ ਵਿੱਚ ਪਾਸ ਹੁੰਦਾ, ਮੰਨ ਲਓ ਮੈਂ ਵਿਧਾਨ ਸਭਾ ਦੀ ਗੱਲ ਕਰਾਂ, ਵਿਧਾਨ ਸਭਾ ਜੇ ਅਗਰ ਪਾਸ ਕਰਦੇ ਅਸੀਂ 117 ਨੁਮਾਇੰਦੇ ਬੈਠੇ ਹੁੰਦੇ, ਉਹਦਾ ਇਹ ਮਤਲਬ ਹੈ, ਮੈਂ ਉੱਥੇ ਆਉਂਗਾ ਜੀ, ਮੈਂ ਇਹ ਛੋਟਾ ਹਾਊਸ ਆ, ਇਹ ਮੈਂ ਉਹ ਕਰੋੜਾਂ ਲੋਕਾਂ ਦੇ ਨੁਮਾਇੰਦੇ ਉੱਥੇ ਬੈਠ ਕੇ ਉਸ ਗੱਲ ਤੇ ਮੋਹਰ ਲਾਉਂਦੇ ਆ। ਉਦੋਂ ਬਾਅਦ ਜਿਹੜੀ ਹੈ ਉਹ ਉਹਦੇ ਬਾਰੇ ਗਜ਼ਟ ਦੇ ਵਿੱਚ ਇਤਰਾਜ਼, ਜਿਵੇਂ ਇਹ ਛੋਟਾ ਹਾਊਸ ਹੈ, ਇਹ ਮੰਗੇ ਜਾਣੇ ਚਾਹੀਦੇ ਆ, ਮੰਗੇ ਜਾਣੇ ਚਾਹੀਦੇ ਆ। ਮਤਲਬ ਇਦਾਂ ਤਾਂ ਨਹੀਂ ਹੈ ਕਿ ਹਾਊਸ 'ਚ ਬੈਠ ਕੇ ਗੱਲ ਕਰ ਦਿੱਤੀ ਇਹ ਕੋਈ ਗੁੰਡਾ ਰਾਜ ਨਹੀਂ, ਇਹ ਲੋਕਤੰਤਰ ਹੈ। ਲੋਕਤੰਤਰ ਦੇ ਹਿਸਾਬ ਨਾਲ ਸਾਡੀ ਰਵਾਇਤੀ, ਦੇਖੋ ਅੱਜ ਰਵਾਇਤੀ ਪਾਰਟੀਆਂ ਦੇ ਪੱਖ ਤੋੜਦੇ ਹੋਏ ਕੇਜਰੀਵਾਲ ਸਾਹਿਬ ਨੇ ਪੰਜਾਬ ਦੀ ਜਨਤਾ ਨੂੰ ਪੁੱਛਿਆ ਵੀ ਕਿਹਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹੋ? ਕਰੋੜਾਂ ਬੰਦਿਆਂ ਨੇ ਇਸ ਗੱਲ ਤੇ ਮੋਹਰ ਲਾਈ, ਸਰਦਾਰ ਭਗਵੰਤ ਸਿੰਘ ਮਾਨ ਦੇ ਨਾਂ ਤੇ। ਇਹ ਇੱਕ ਨਵਾਂ ਮੈਸੇਜ ਹੈ ਲੋਕਤੰਤਰ ਦੀ ਬਹਾਲੀ ਵਾਸਤੇ, ਕਿਉਂਕਿ ਰਵਾਇਤੀ ਪਾਰਟੀਆਂ ਨੇ ਤਾਂ ਲੋਕਤੰਤਰ ਦੀ ਹੱਤਿਆ ਕਰੀ ਅਜੇ ਤੱਕ। ਇਹੀ ਲੜੀ ਇਹੀ ਹੈ
ਆਉਣ ਵਾਲੇ ਸਮੇਂ ਵਿੱਚ ਅਸੀਂ ਇਹ ਗੱਲ ਕੋਸ਼ਿਸ਼ ਕਰਾਂਗੇ ਵੀ ਅਗਰ ਹਾਊਸ ਪਾਸ ਕਰਦਾ ਕੋਈ ਪੋਲੀਟੀਕਲ ਪਾਰਟੀ ਆਪਣੇ ਨਿੱਜੀ ਹਿੱਤਾਂ ਲਈ ਇਸ ਕਾਨੂੰਨ ਦੀ ਦੁਰਵਰਤੋਂ ਕਰਦੀ ਹੈ ਤਾਂ ਉਹ ਲੋਕਾਂ ਦੀ ਰਾਏ ਲਈ ਜਾਣੀ ਚਾਹੀਦੀ ਹੈ ਵੀ ਕੀ ਤੁਸੀਂ ਇਹਨੂੰ ਕਮਰਸ਼ੀਅਲ ਰੱਖਣਾ ਚਾਹੁੰਦੇ ਹੋ। ਪਹਿਲਾਂ ਅਖਬਾਰਾਂ 'ਚ ਕਢਾ ਕੇ ਨੋ ਆਬਜੈਕਸ਼ਨ ਮੰਗਣਾ ਚਾਹੀਦਾ, ਫਿਰ ਗਜਟ ਹੋਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਬਿਲਕੁਲ 100% ਹੈ ਤੇ ਜੀ। ਜੇ ਨਹੀਂ ਹੁੰਦਾ ਤਾਂ ਇਹਦਾ ਮਤਲਬ ਉਹ ਅਧੂਰਾ ਹੀ ਹੈ ਕਾਨੂੰਨ। ਕਾਨੂੰਨ ਦੇ ਵਿੱਚ ਕਾਨੂੰਨ ਤੋੜਨ ਦਾ ਇਹਨਾਂ ਲੋਕਾਂ ਦਾ ਕੰਮ ਸੀ ਜੀ, ਉਸ ਲੜੀ ਨੂੰ ਅਸੀਂ ਤੋੜਾਂਗੇ ਜੀ, ਬਿਲਕੁਲ ਤੋੜਾਂਗੇ ਵੀ ਜੇ ਉਹ ਕਾਨੂੰਨ ਹੈ 100% ਉਹ ਅਡਾਪਟ ਹੋਣਾ ਚਾਹੀਦਾ। ਅਗਰ ਹਾਊਸ ਪਾਸ ਕਰਦਾ ਉਸ ਤੋਂ ਬਾਅਦ ਲੋਕ ਕਰਨ ਦੀ ਰਾਏ ਲੈਣੀ ਚਾਹੀਦੀ ਹੈ, ਗਜਟ ਚ ਆਉਣਾ ਚਾਹੀਦਾ, ਅਖਬਾਰਾਂ 'ਚ ਪੁੱਛਿਆ ਜਾਣਾ ਚਾਹੀਦਾ, ਫਿਰ ਉਹਨੂੰ ਪਾਸ ਕਰਨਾ। ਐ ਤਾਂ ਨਹੀਂ ਹੋਊਗਾ ਕਿ ਹੁਣ ਕੁਲਵੰਤ ਸਿੰਘ ਸਿੱਧੂ ਉਹਨਾਂ ਦੀ ਸਰਕਾਰ ਆ ਗਈ, ਭਗਵੰਤ ਮਾਨ ਦੀ ਸਰਕਾਰ ਆ ਗਈ, ਉਹ ਕਹਿਣ ਜੀ ਜੋ ਮੰਤਰੀ ਨੇ ਕਹਿਤਾ ਤੇ ਜੋ ਐਮਐਲਏ ਨੇ ਕਹਿਤਾ ਉਹ ਕਾਨੂੰਨ ਹੈ, ਕਿਉਂਕਿ ਇਹੀ ਆਪ ਤਾਂ ਸਰਕਾਰ ਹੈ। ਇਹ ਲੋਕਾਂ ਦੀ ਸਰਕਾਰ ਹੈ, ਸਾਡੀ ਨਹੀਂ। ਅੱਛਾ, ਲੋਕਾਂ ਨੇ ਚੁਣੀ ਹੈ। ਇਹੀ ਕਿਹਾ ਸਾਡੇ ਸੁਪਰੀਮੋ ਨੂੰ ਵੀ ਮੀਟਿੰਗ 'ਚ ਇਹ ਗੱਲ ਕਹੀ ਸੀ ਵੀ ਤੁਸੀਂ ਐਮਐਲਏ ਜਿੰਨੇ ਹੋ ਤੁਸੀਂ ਆਪਣੇ ਆਪ ਨੂੰ ਥਾਣੇਦਾਰ ਨਹੀਂ ਸਮਝਣਾ, ਇਹ ਤੁਸੀਂ ਲੋਕਾਂ ਦੇ ਸੇਵਕ ਹੋ, ਜੋ ਲੋਕਾਂ ਨੇ ਕਹਿਣਾ ਤੁਸੀਂ ਉਹ ਕਰਨਾ, ਆਪਣੇ ਨੂੰ ਕੁਝ ਨਹੀਂ ਕਹਿਣਾ। ਇੱਕ ਜਿਹੜੇ ਹੁਣੇ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੇ ਇੱਕ ਮੰਤਰੀ ਸਾਹਿਬ ਨੂੰ ਜਿਹੜਾ ਕੀਤਾ ਗਿਆ, ਬਰਖਾਸਤ ਕੀਤਾ ਗਿਆ, ਉਸ ਤੋਂ ਬਾਅਦ ਉਹਨਾਂ ਨੇ ਇੱਕ ਆਰਡਰ ਪਾਸ ਕਰ ਦਿੱਤਾ ਹੈ ਕਿ ਕੋਈ ਵੀ ਤੁਸੀਂ ਮੀਟਿੰਗਾਂ ਕਰਨੀਆਂ ਹੈਗੀਆਂ ਜਾਂ ਤੁਸੀਂ ਕਿਸੇ ਵੀ OSD ਜਾਂ ਕਿਸੇ ਵੀ ਡੈਜ਼ਿਗਨੇਸ਼ਨ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਰੱਖਣਾ। ਇਸ ਫੈਸਲੇ ਨੂੰ ਤੇ ਖਾਸ ਕਰਕੇ ਜਨਤਕ ਮੀਟਿੰਗਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਦੂਰੀ ਰੱਖਣੀ ਹੈ ਬਣਾ ਕੇ, ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ? ਦੇਖੋ, ਮੰਤਰੀ ਸਾਹਿਬ ਦਾ ਜਿਹੜਾ ਪਕੜਿਆ ਜਾਣਾ, ਪਹਿਲਾਂ ਤਾਂ ਉਹਨੂੰ ਮੈਂ ਮੰਦਭਾਗਾ ਕਹਿਣਾ, ਫਿਰ ਸਾਡੇ ਮੁੱਖ ਮੰਤਰੀ ਸਾਡੇ ਮੁਖੀ ਨੇ ਉਹਨਾਂ ਦੇ ਇਸ ਫੈਸਲੇ ਦੇ ਸਵਾਗਤ ਕਰਦਾ, ਕਿਉਂਕਿ ਕਿਸੇ ਵੀ ਸਰਕਾਰੀ ਚੁਣੇ ਹੋਏ ਅਧਿਕਾਰੀ ਚਾਹੇ ਉਹ ਲੋਕਾਂ ਦਾ ਨੁਮਾਇੰਦਾ, ਚਾਹੇ ਉਹ ਆਪਣੀ ਕਾਬਲੀਅਤ ਨਾਲ ਅਫਸਰ ਬਣਿਆ, ਉਹਨਾਂ ਦੇ ਰਿਸ਼ਤੇਦਾਰਾਂ ਦੀ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਚਾਹੀਦੀ। ਮੈਂ ਇਹਦਾ ਸਵਾਗਤ ਕਰਦਾ ਤੇ ਤੁਸੀਂ ਵੀ ਇਹਦੀ ਪਾਲਣਾ ਕਰੋਗੇ? ਬਿਲਕੁਲ ਪਾਲਣਾ ਕਰੂੰਗਾ ਜੀ। ਧੰਨਵਾਦ ਜੀ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਕੁਲਵੰਤ ਸਿੰਘ ਸਿੱਧੂ ਜੀ, ਜਿਹੜਾ ਕਿ ਕਲੀਅਰ ਕੱਟ ਸ਼ਬਦਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜਾ ਸਰਦਾਰ ਜਗਨਦੀਪ ਸਿੰਘ ਢਿੱਲੋਂ ਜਿਹੜੇ ਕਿ ਖੁਦ ਪਨਸਪ ਦੇ ਮੈਨੇਜਰ ਸੀਗੇ, ਭ੍ਰਿਸ਼ਟਾਚਾਰ ਨਾਲ ਲਿਪਤ ਸੀਗੇ, ਇਹਨਾਂ ਨੇ ਖੁਦ ਕਿਹਾ, ਔਰ ਇਹਨਾਂ ਨੇ ਬਹੁਤ ਸਾਰੇ ਇਸ਼ਾਰੇ 'ਚ ਨਾਮ ਸਾਨੂੰ ਨਹੀਂ ਦੱਸਿਆ, ਸ਼ਾਇਦ ਤੁਹਾਨੂੰ ਸਮਝ ਲੱਗ ਗਈ ਹੋਵੇ, ਪਰ ਅਸੀਂ ਇਕੱਲੇ 'ਚ ਜ਼ਰੂਰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹਨਾਂ ਦੇ ਵੱਲ ਇਸ਼ਾਰਾ ਕਰ ਰਹੇ ਸੀਗੇ। ਪਰ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬਹੁਤ ਸਾਰੇ ਲੋਕਾਂ ਨੂੰ ਚੇਤਾਇਆ ਵੀ ਹੈ ਕਿ ਹੁਣ ਜਿਹੜੀ ਹੈਗੀ ਹੈ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਜਿਹੜੀ ਹੈਗੀ ਹੈ ਆਵਾਜ਼ ਜ਼ਰੂਰ ਉੱਠੇਗੀ ਔਰ ਉਹਨਾਂ ਤੇ ਨੁਕੇਲ ਜ਼ਰੂਰ ਕੱਸੀ ਜਾਏਗੀ। ਇੱਦਾਂ ਹੀ ਵੱਖ-ਵੱਖ ਮੁੱਦਿਆਂ ਨਾਲ ਇਹਨਾਂ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।